ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਚੈਨਲ। ਮੈਂ ਹਾਂ ਬरुण कौर मान। ਪ੍ਰੋਗਰਾਮ ਪੰਜਾਬ ਅਬਰੋਡ 'ਚ ਤੁਹਾਡਾ ਬਹੁਤ ਸਵਾਗਤ ਹੈ। ਅੱਜ ਪੰਜਾਬ ਅਬਰੋਡ ਦੇ ਵਿੱਚ ਸਾਡੇ ਨਾਲ ਚਰਚਾ ਕਰਨ ਦੇ ਲਈ ਸਟੂਡੀਓ ਵਿੱਚ ਪਹੁੰਚੇ ਨੇ ਰਣਜੀਤ ਸਿੰਘ ਰੀਹਲ ਜੀ, ਜੋ ਕਿ ਵੀਜ਼ਾ ਹਬ ਇਮੀਗ੍ਰੇਸ਼ਨ ਤੋਂ ਨੇ। ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਬरुण ਜੀ। ਐਂਡ ਪੰਜਾਬ ਮੇਲ USA ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁਰਪੁਰਬ ਦੀਆਂ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ। ਰੀਹਲ ਸਾਹਿਬ, ਵੀਜ਼ਾ ਜਿਹੜੇ ਨੇ ਬਹੁਤ ਸਾਰੇ ਲੋਕਾਂ ਨੂੰ ਉਡੀਕ ਰਹਿੰਦੀ ਹੈ, ਕਦੋਂ ਲਾਈਏ ਕਦੋਂ ਲੱਗੀਏ। ਟੂਰਿਸਟ ਖਾਸ ਤੌਰ ਤੇ ਸਾਡੇ ਜਿਹੜੇ ਪੰਜਾਬੀ ਨੇ ਬਾਹਰ ਜਾਣਾ ਪਸੰਦ ਕਰਦੇ ਨੇ, ਟੂਰਿਸਟ ਵੀਜ਼ੇ ਦੇ ਉੱਤੇ ਘੁੰਮਣ ਦਾ ਸ਼ੌਕ ਹੈ ਨਾ ਪੰਜਾਬੀਆਂ ਨੂੰ। ਤੇ ਮੇਨ ਗੱਲ ਇਹ ਹੁੰਦੀ ਹੈ ਕਿ ਕੁਝ ਲੋਕਾਂ ਨੇ ਹਲੇ ਤਾਂ ਵੀਜ਼ਾ ਅਪਲਾਈ ਕਰਨੇ ਨੇ, ਪਰ ਕੁਝ ਲੋਕ ਪਹਿਲਾਂ ਅਪਲਾਈ ਕਰ ਚੁੱਕੇ ਨੇ, ਫਾਈਲਾਂ ਲੱਗ ਚੁੱਕੀਆਂ ਨੇ। ਕਰੋਨਾ ਕਰਕੇ ਥੋੜੀ ਜਿਹੀ ਪ੍ਰੋਬਲਮਸ ਕ੍ਰੀਏਟ ਹੋਈਆਂ ਸੀ, ਉਹਨਾਂ ਸਭ ਦੇ ਰਿਜ਼ਲਟ ਕਦੋਂ ਆਉਣਗੇ? ਓਕੇ ਬरुण ਜੀ, ਇਸ ਤਰ੍ਹਾਂ ਹੈ ਕਿ ਜਿਹੜੀਆਂ ਫਾਈਲਾਂ ਤੇ ਲੋਕਾਂ ਨੇ ਲਗਾ ਦਿੱਤੀਆਂ ਸੀਗੀਆਂ ਪਹਿਲਾਂ ਮਾਰਚ ਤੋਂ ਪਹਿਲਾਂ, ਉਹਨਾਂ ਦੇ ਹੱਲੇ ਵੀ ਰਿਜ਼ਲਟ ਕਈਆਂ ਦੇ ਵੇਟਿੰਗ ਦੇ ਵਿੱਚ ਹੈਗੇ ਆ। ਹੁਣ ਰੀਸੈਂਟਲੀ ਜੋ ਅਪਡੇਟ ਆਈ ਸੀਗੀ ਕੈਨੇਡਾ ਤੋਂ, ਉਹ ਸੀਗੀ ਬਾਇਓਮੈਟ੍ਰਿਕਸ ਦੀ, ਜਿਹਨੂੰ ਲੈ ਕੇ ਕਾਫੀ ਲੋਕੀ ਕਨਫਿਊਜ਼ ਵੀ ਹੋਏ ਪਏ ਨੇ। ਸੋ ਮੈਂ ਥੋੜਾ ਜਿਹਾ ਇਲੈਬੋਰੇਟ ਕਰਨਾ ਚਾਹੂੰਗਾ ਕਿ ਜਿਨ੍ਹਾਂ ਦੀ ਫਾਈਲਸ ਲੱਗੀਆਂ ਸੀਗੀਆਂ ਲੇਕਿਨ ਬਾਇਓਮੈਟ੍ਰਿਕ ਅਟਕ ਗਏ ਸੀਗੇ, ਉਹਨਾਂ ਵਿੱਚੋਂ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜੀ ਫੈਮਿਲੀ ਕਲਾਸ ਵਾਲੇ ਹੈਗੇ ਆ 25 ਨਵੰਬਰ ਤੋਂ ਉਹਨਾਂ ਦੇ ਬਾਇਓਮੈਟ੍ਰਿਕਸ ਸ਼ੁਰੂ ਹੋ ਚੁੱਕੇ ਨੇ, ਜਲੰਧਰ, ਚੰਡੀਗੜ੍ਹ, ਦਿੱਲੀ ਤੇ ਹੋਰ ਵੀ ਸੈਂਟਰਾਂ ਦੇ ਵਿੱਚ। ਤੇ ਜਿਹੜੇ ਸਟੱਡੀ ਵੀਜ਼ਾ ਵਾਲੇ ਸੀਗੇ, ਸਟੂਡੈਂਟਸ ਜਿਹੜੇ ਸੀਗੇ, ਉਹਨਾਂ ਦੇ 2 ਦਸੰਬਰ ਨੂੰ ਬਾਇਓਮੈਟ੍ਰਿਕਸ ਸ਼ੁਰੂ ਹੋ ਜਾਣੇ ਹੈਗੇ। ਹੁਣ ਇੱਥੇ ਕਨਫਿਊਜ਼ਨ ਕਿੱਥੇ ਆਉਂਦੀ ਪਈ ਆ? ਸਟੂਡੈਂਟਸ ਜਾਂ ਫੈਮਿਲੀ ਕਲਾਸ ਵਾਲੇ ਲੋਕੀ ਜਿਨ੍ਹਾਂ ਨੂੰ ਕੋਲ VFS ਪੈਂਦੀ ਹੈਗੀ, ਉਹ ਖੁਦ ਹੀ ਜਾਈ ਜਾ ਰਹੇ ਆ ਕਿ ਸਰ ਸਾਡੇ ਬਾਇਓਮੈਟ੍ਰਿਕਸ ਦੀ ਲੈਟਰ ਆਈ ਹੋਈ ਹੈ ਜੀ, ਆਪਾਂ ਬਾਇਓਮੈਟ੍ਰਿਕਸ ਕਰਵਾਉਣਾ ਚਾਹੁੰਦੇ ਹਾਂ। ਸੋ ਕੈਨੇਡਾ ਨੇ, ਹਾਈ ਕਮਿਸ਼ਨ ਨੇ ਸਾਫ਼ ਇਹ ਆਪਣੀ ਵੈਬਸਾਈਟ ਤੇ ਮੈਂਸ਼ਨ ਕੀਤਾ ਹੋਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਆਈ ਸੀ, ਉਹਨਾਂ ਨੂੰ ਅਸੀਂ ਖੁਦ ਇੱਕ ਈਮੇਲ ਹੋਰ ਕਰਾਂਗੇ ਜਾਂ ਮੈਸੇਜ ਕਰਾਂਗੇ ਕਿ ਤੁਸੀਂ ਅਪਾਇੰਟਮੈਂਟ ਕਿੱਦਾਂ ਪਿਕ ਕਰਨੀ ਆ। VFS ਦੀ ਪ੍ਰੋਪਰ ਅਪਾਇੰਟਮੈਂਟ ਲੈਣੀ ਆ। ਅਪਾਇੰਟਮੈਂਟ ਲੈ ਕੇ ਔਰ ਉਹੀ ਬੰਦਾ ਜਾਏਗਾ ਜੋ ਮੇਨ ਐਪਲੀਕੈਂਟ ਹੈਗਾ, ਉਹਦੇ ਬਾਇਓਮੈਟ੍ਰਿਕਸ ਹੋਣਗੇ ਉਸ ਦਿੱਤੇ ਗਏ ਹੋਏ ਦਿਨ ਦੇ ਵਿੱਚ। ਇਹਦਾ ਮਤਲਬ ਹੈ ਕਿ ਕਸਟਮਰ ਨੇ ਡਾਇਰੈਕਟ ਨਹੀਂ ਜਾਣਾ, ਟੂਰਿਸਟ ਜਿਹੜਾ ਹੈ ਪਹਿਲਾਂ ਉਹਨਾਂ ਨੂੰ BSF ਤੋਂ ਮਤਲਬ ਕਿ ਜਿਹੜੇ ਅਪਾਇੰਟਮੈਂਟਸ ਲੈਣੀਆਂ ਪੈਣਗੀਆਂ। ਬਿਲਕੁਲ, ਅਪਾਇੰਟਮੈਂਟ ਮਿਲੇਗੀ, ਫੇਰ ਹੀ ਉਹ ਜਾਣਗੇ, ਫੇਰ ਹੀ ਬਾਇਓਮੈਟ੍ਰਿਕਸ ਹੋਣਗੇ। ਠੀਕ ਹੈ। ਔਰ ਜਿਹਨਾਂ ਲੋਕਾਂ ਦੇ ਬਾਇਓਮੈਟ੍ਰਿਕਸ ਆਲਰੇਡੀ ਹੋ ਚੁੱਕੇ ਸੀਗੇ, ਉਹ ਹੁਣ ਵੇਟ ਕਰ ਰਹੇ ਹੈਗੇ ਆ ਆਪਣੇ ਵੀਜ਼ਾ ਦੀ ਕਿ ਸਾਨੂੰ ਪਾਸਪੋਰਟ ਰਿਕੁਐਸਟ ਕਦੋਂ ਆਏਗੀ, ਜਾਂ ਫਿਰ ਕਹਿ ਲਓ ਕਿ ਉਹ ਵੇਟ ਕਰ ਰਹੇ ਕਿ ਡਿਸੀਜਨ ਕਦੋਂ ਆਏਗਾ। ਜਾਂ ਤੇ ਸਾਕੋ ਪਾਸਪੋਰਟ ਮੰਗੋ, ਵੀਜ਼ਾ ਦਿਓ, ਤੇ ਜਾਂ ਫਿਰ ਸਾਨੂੰ ਰਿਫਿਊਜ਼ ਕਰੋ, ਕੋਈ ਵੀ ਡਿਸੀਜਨ ਦਿਓ। ਸੋ ਉਹਨਾਂ ਦੇ ਡਿਸੀਜਨ ਵੀ ਆਣੇ ਜਲਦੀ ਸ਼ੁਰੂ ਹੋ ਜਾਣੇ। ਅੱਛਾ ਜੀ, ਹਲੇ ਤਾਂ ਦੇਖੋ ਡਿਸੀਜਨ ਆਉਣੇ ਸ਼ੁਰੂ ਹੋਏ ਨੇ, ਕਈਆਂ ਦੇ ਪੈਂਡਿੰਗ ਪਏ ਨੇ। ਕੀ ਫਿਰ ਵੀ ਲੋਕ ਵਿਜ਼ਿਟਰ ਵੀਜ਼ਾ ਦੇ ਲਈ ਅਪਲਾਈ ਕਰ ਸਕਦੇ ਇਹਨਾਂ ਸਮਿਆਂ ਦੇ ਵਿੱਚ? ਬਿਲਕੁਲ ਜੀ। ਹੁਣ ਮੈਂ ਤੁਹਾਨੂੰ ਇੱਥੇ ਥੋੜੀ ਰੋਸ਼ਨੀ ਪਾਉਂਦਾ ਆ ਜੀ। ਰੀਸੈਂਟਲੀ ਹੁਣ ਮੇਰਾ ਜੋ ਹੈਗੇ ਆ ਪਾਸਪੋਰਟ ਰਿਕੁਐਸਟ, ਉਹ ਆਣੀ ਸ਼ੁਰੂ ਹੋ ਗਈ ਹੋਈ ਜੀ। ਮੈਂ ਆਪਣੇ ਚੈਨਲ ਤੇ ਪਾਈ ਸੀਗੀ 26 ਨਵੰਬਰ ਨੂੰ ਮੈਨੂੰ ਪਾਸਪੋਰਟ ਰਿਕੁਐਸਟ ਆ ਗਈ ਹੈਗੀ ਆ। ਦੈਟ ਇਜ਼ ਕਹਿ ਲਓ ਕਿ ਇੱਕ ਬਹੁਤ ਵੱਡੀ ਗੁੱਡ ਨਿਊਜ਼ ਆ ਸਾਰੇ ਸਰੋਤਿਆਂ ਵਾਸਤੇ, ਬਿਕੋਜ਼ ਟੂਰਿਸਟ ਵੀਜ਼ਾ ਦੀ ਜਿਹੜੀ ਪਾਸਪੋਰਟ ਰਿਕੁਐਸਟ ਸੀਗੀ ਉਹ ਹੱਲੇ ਆਣੀ ਸ਼ੁਰੂ ਨਹੀਂ ਹੋਈ ਸੀ, ਸਟੱਡੀ ਦੀ ਆਣੀ ਸ਼ੁਰੂ ਹੋ ਗਈ ਸੀਗੀ। ਸੋ ਸਰੋਤੇ ਸਕਰੀਨ ਤੇ ਦੇਖ ਵੀ ਸਕਦੇ ਹੈਗੇ ਆ ਕਿ ਜਿਹੜੀ ਪਾਸਪੋਰਟ ਰਿਕੁਐਸਟ ਲੈਟਰ ਉਹ ਕਿਸ ਤਰ੍ਹਾਂ ਦੀ ਹੁੰਦੀ ਹੈਗੀ ਆ। ਇਹ ਲੈਟਰ ਆਣੀ ਹੁਣ ਸ਼ੁਰੂ ਹੋ ਗਈ ਹੈਗੀ ਆ ਕੁਝ ਕਲਾਇੰਟਸ ਨੂੰ ਜਿਹਨਾਂ ਦੀ ਫਾਈਲ ਪਹਿਲਾਂ ਲੱਗੀਆਂ ਸੀ ਔਰ ਬਾਇਓਮੈਟ੍ਰਿਕਸ ਹੋ ਚੁੱਕੇ ਸੀ। ਇਹ ਵੀ ਗੱਲ ਧਿਆਨ ਦੇਣੀ ਹੋਗਾ ਕਿ ਬਾਇਓਮੈਟ੍ਰਿਕਸ ਤੁਹਾਡੇ ਅਗਰ ਹੁੰਦੇ ਹੈਗੇ ਉਸ ਤੋਂ ਬਾਅਦ ਹੀ ਲੈਟਰ ਆਂਦੀ ਹੁੰਦੀ, ਉਸ ਤੋਂ ਪਹਿਲਾਂ ਲੈਟਰ ਨਹੀਂ ਆਂਦੀ। ਕੁਝ ਫਰਜ਼ੀ ਕੰਸਲਟੈਂਟ ਕੀ ਕਰਦੇ, ਉਹ ਕਹਿੰਦੇ ਬਾਇਓਮੈਟ੍ਰਿਕਸ ਹੋਣੇ ਨਹੀਂ ਹੈਗੇ, ਹੁਣ ਤੁਹਾਨੂੰ ਡਾਇਰੈਕਟ PPR ਆ ਜਾਏਗੀ ਜਾਂ OPR ਆ ਜਾਏਗੀ, ਜਿਹਨੂੰ ਆਪਾਂ ਕਹਿੰਦੇ ਨੇ ਓਰੀਜਨਲ ਪਾਸਪੋਰਟ ਰਿਕੁਐਸਟ ਲੈਟਰ। ਸੋ ਇਸ ਤਰ੍ਹਾਂ ਨਹੀਂ ਹੈ, ਜਦ ਤੱਕ ਤੁਹਾਡੇ ਬਾਇਓਮੈਟ੍ਰਿਕਸ ਨਹੀਂ ਹੁੰਦੇ ਤਦ ਤੱਕ ਤੁਹਾਨੂੰ ਲੈਟਰ ਨਹੀਂ ਆਏਗੀ। ਹੁਣ ਲੈਟਰ ਆ ਗਈ, ਇਹਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਕੋਲ ਪਾਸਪੋਰਟ ਮੰਗਿਆ ਗਿਆ। ਹੁਣ ਇਹਦੇ ਵਾਸਤੇ ਵੀ ਲੋਕੀ ਫਿਰ ਐਕਸਾਈਟਡ ਹੋ ਕੇ VFS ਚੱਲ ਜਾਂਦੇ ਆ। ਫਿਰ ਇਸ ਤਰ੍ਹਾਂ ਨਹੀਂ ਹੈ, ਇਹਦੇ ਵਿੱਚ ਉਹਨਾਂ ਨੇ 2-ਵੇ ਕੋਰੀਅਰ ਸਰਵਿਸ ਸ਼ੁਰੂ ਕੀਤੀ ਹੋਈ ਆ। ਅਗਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਲੈਟਰ ਆਂਦੀ ਹੈਗੀ ਆ ਤਾਂ ਤੁਸੀਂ VFS ਨੂੰ ਇੱਕ ਮੇਲ ਪਾਣੀ ਹੈਗੀ ਆ। ਉਹ ਮੇਲ ਤੁਸੀਂ ਪਾਣੀ ਆ, ਉਸ ਮੇਲ ਤੋਂ ਬਾਅਦ ਉਹ ਦੱਸੂਗੇ ਕਿ ਤੁਸੀਂ ਕਿਹੜਾ ਕੋਰੀਅਰ ਕਿੱਦਾਂ ਤਿਆਰ ਕਰਕੇ ਕਿਹੜੇ ਐਡਰੈਸ ਤੇ ਭੇਜਣਾ ਹੈਗਾ। ਫਿਰ ਉਹ ਤੁਸੀਂ ਉਹਨਾਂ ਨੂੰ ਭੇਜਣਾ ਵਿਦ ਪਾਸਪੋਰਟ, ਵਿਦ ਲੈਟਰ ਐਂਡ ਐਵਰੀਥਿੰਗ। ਉੱਥੋਂ ਫਿਰ ਵੀਜ਼ਾ ਸਟੈਂਪ ਹੋ ਕੇ ਤੁਹਾਡੇ ਘਰ ਆਏਗਾ। ਸੋ ਇਹ ਇੱਕ ਅਲੱਗ ਪ੍ਰੋਸੈਸ ਹੈ ਜੀ। ਅੱਛਾ, ਇੱਕ ਆ ਵੀ ਮੰਨਿਆ ਜਾਂਦਾ ਹੈ ਕਿ ਮੈਂ ਇੰਟਰਵਿਊ ਦਿੱਲੀ ਜਾ ਕੇ ਦੇ ਕੇ ਆਵਾਂ ਤਾਂ ਸ਼ਾਇਦ ਮੇਰਾ ਵਧੀਆ ਰਿਜ਼ਲਟ ਨਿਕਲੇਗਾ, ਬਾਇਓਮੈਟ੍ਰਿਕ ਹੋਣ, ਮੈਂ ਜਲੰਧਰ ਦਵਾਂ ਤਾਂ ਵਧੀਆ ਨਿਕਲੂਗਾ, ਕਿ ਇਹ ਚੀਜ਼ ਵੀ ਹੈ? ਨਹੀਂ ਬरुण ਜੀ, ਇਹ ਤੁਸੀਂ ਸਵਾਲ ਅੱਛਾ ਕੀਤਾ ਆ, ਕਿਉਂਕਿ ਇਹ ਕਾਫੀ ਲੋਕਾਂ ਦੀ ਕਨਫਿਊਜ਼ਨਸ ਹੈਗੀਆਂ ਆ। ਇਹਦੇ ਵਿੱਚ ਮੈਂ ਦੱਸ ਦਵਾਂ ਕਿ ਕੈਨੇਡਾ ਦੇ ਵਿੱਚ ਕਦੀ ਵੀ ਇੰਟਰਵਿਊ ਨਹੀਂ ਹੁੰਦੀ। ਇਹ ਇੰਟਰਵਿਊ ਸਿਰਫ ਔਰ ਸਿਰਫ ਹੁੰਦੀ ਹੈਗੀ ਆ US ਦੇ ਕੇਸ ਦੇ ਵਿੱਚ। ਕੈਨੇਡਾ ਵਿੱਚ ਅਸੀਂ ਫਾਈਲ ਲਗਾਤੀ, ਸਾਡੇ ਬਾਇਓਮੈਟ੍ਰਿਕਸ ਆ ਗਏ, ਅਸੀਂ ਬਾਇਓਮੈਟ੍ਰਿਕਸ ਚਾਹੇ ਚੰਡੀਗੜ੍ਹ ਦਈਏ ਚਾਹੇ ਆਪਾਂ ਜਲੰਧਰ ਦਈਏ, ਬਾਇਓਮੈਟ੍ਰਿਕਸ ਦੇ ਦਿੱਤੇ, ਉਸ ਤੋਂ ਬਾਅਦ ਵੇਟ ਕਰੋ ਰਿਜ਼ਲਟ ਦੀ। ਵੇਟ ਤੁਹਾਨੂੰ ਆਨਲਾਈਨ ਹੀ ਆਣਾ ਹੈਗਾ ਤੁਹਾਡੇ GCK ਅਕਾਊਂਟ ਦੇ ਵਿੱਚ। ਔਰ ਇੱਕ ਤੁਸੀਂ ਹੁਣ ਗੱਲ ਕੀਤੀ ਸੀ ਕਿ ਆਪਾਂ ਹੁਣ ਫਾਈਲ ਲਗਾਈਏ ਕਿ ਨਾ ਲਗਾਈਏ।
ਹੁਣ ਅੱਜ ਦੀ ਡੇਟ ਦੇ ਵਿੱਚ ਅਗਰ ਆਪਾਂ ਪ੍ਰੋਸੈਸਿੰਗ ਟਾਈਮ ਦੇਖੀਏ ਕੈਨੇਡਾ ਟੂਰਿਸਟ ਵੀਜ਼ਾ ਦਾ ਤਾਂ ਉਹ 250 ਡੇਜ਼ ਚੱਲਦਾ ਪਿਆ। 250 ਡੇਜ਼ ਯਾਨੀ ਕਿ ਵਰਕਿੰਗ ਡੇਜ਼ ਮੰਡੇ ਟੂ ਫਰਾਈਡੇ ਸੈਟਰਡੇ ਸੰਡੇ ਵਿੱਚੋਂ ਕੱਢ ਦਿੱਤੇ ਜਾਣ। ਤਾਂ ਕਿੰਨਾ ਟਾਈਮ ਹੋ ਗਿਆ ਮਹੀਨਿਆਂ ਵਿੱਚ? ਆਲਮੋਸਟ 6 ਮਹੀਨੇ ਤੋਂ ਵੱਧ। ਹੁਣ ਜਿਹੜਾ ਇਹ ਮੇਰਾ ਵਾਲਾ ਪਾਸਪੋਰਟ ਰਿਕੁਐਸਟ ਆਈ ਹੈ ਇਹ ਮੈਂ ਫਾਈਲ ਲਾਈ ਸੀ ਅਗਸਤ ਵਿੱਚ ਜੀ, ਔਰ ਆਇਆ ਕਦੋਂ? 26 ਨਵੰਬਰ ਨੂੰ। 4 ਮਹੀਨੇ ਬਾਅਦ ਜਾ ਕੇ ਰਿਜ਼ਲਟ ਆਇਆ। ਇਹ ਇੰਨਾ ਟਾਈਮ ਕਿਉਂ ਲੱਗ ਰਿਹਾ? ਡਿਊ ਟੂ ਕੋਵਿਡ ਜੀ, ਡਿਊ ਟੂ ਕੋਵਿਡ ਕਰਕੇ, ਲੋਕਡਾਊਨ ਕਰਕੇ, ਕਿਉਂਕਿ ਜਿਹੜੀ ਆਪਾਂ ਆਨਲਾਈਨ ਫਾਈਲ ਲਗਾਉਂਦੇ ਹੁੰਦੇ ਉਹ ਕਿੱਥੇ ਜਾਂਦੀ? ਸਭ ਤੋਂ ਪਹਿਲਾਂ CPC ਓਟਾਵਾ ਜੀ, CPC ਓਟਾਵਾ ਤੋਂ ਫਿਰ ਸੈਂਟਰਲਾਈਜ਼ ਹੁੰਦੀ ਆ ਕਿ ਕਿਹੜੇ ਸਬ ਸਟੇਸ਼ਨ ਤੇ ਉਹਨਾਂ ਨੇ ਭੇਜਣੀ ਹੁੰਦੀ ਹੈ। ਹੁਣ ਉਹ ਸਬ ਸਟੇਸ਼ਨ ਦੇ ਵਿੱਚ ਕਿੰਨਾ ਕੁ ਰਸ਼ ਹੈਗਾ ਆ, ਕਿਉਂਕਿ ਆਨਲਾਈਨ ਚ ਪ੍ਰੋਬਲਮ ਕੀ ਆ, ਹਰ ਇਨਸਾਨ ਬੈਠਾ ਫਾਈਲ ਲਗਾਈ ਜਾ ਰਿਹਾ ਜੀ। ਹੁਣ ਕਿੰਨੇ ਕੰਸਲਟੈਂਟ ਹੈਗੇ ਉਹ ਵੀ ਫਾਈਲਾਂ ਲਗਾਈ ਜਾ ਰਹੇ ਆ, ਬਟ ਕਸਟਮਰ ਨੂੰ ਇਹ ਨਹੀਂ ਦੱਸ ਰਹੇ ਕਿ ਸਰ ਪ੍ਰੋਸੈਸਿੰਗ ਟਾਈਮ ਇੰਨਾ ਚੱਲ ਰਿਹਾ। ਸਿਰਫ ਇੱਕ ਝੂਠਾ ਵਾਅਦਾ ਦੇ ਰਹੇ, ਸਰ ਮਹੀਨੇ ਚ ਆ ਜਾਏਗਾ ਵੀਜ਼ਾ ਜੀ, 2 ਮਹੀਨੇ ਚ ਆ ਜਾਏਗਾ ਜੀ, ਬਟ ਨਹੀਂ 4 ਹੁਣ ਹੋਰ ਟਾਈਮ ਵਧੇਗਾ ਕਿਉਂਕਿ ਮੈਂ ਅਗਸਤ ਚ ਲਾਈ ਸੀ, ਉਸ ਟਾਈਮ ਘੱਟ ਸੀਗਾ ਤਾਂ ਕਰਕੇ 4 ਮਹੀਨੇ ਚ ਆ ਗਈ। ਹੁਣ ਆਉਣ ਵਾਲੇ ਟਾਈਮ 'ਚ ਹੋ ਸਕਦਾ 5 ਮਹੀਨੇ ਬਾਅਦ ਆਵੇ ਜੀ। ਹੁਣ ਜਿਹੜਾ ਕਲਾਇੰਟ 5 ਮਹੀਨੇ ਵਾਸਤੇ ਵੇਟ ਕਰ ਸਕਦਾ ਔਰ ਜਿਹਦੇ ਬਾਇਓਮੈਟ੍ਰਿਕ ਹੋ ਚੁੱਕੇ ਆ ਉਹ ਜੀ ਸਦਕੇ ਫਾਈਲ ਲਗਾ ਦੇਵੇ ਜੀ, ਮਰਜ਼ੀ ਉਹਦੀ ਆ। ਬਟ ਮੇਰੀ ਰਿਕਮੈਂਡੇਸ਼ਨ ਇਹ ਆ ਕਿ ਅਗਰ ਤੁਸੀਂ ਮਹੀਨਾ ਕੁ ਰੁਕ ਜਾਓ, ਜਨਵਰੀ ਤੱਕ ਵੇਟ ਕਰ ਲਓ ਕਿਉਂਕਿ ਕੰਮ ਪ੍ਰੋਸੈਸ ਹੌਲੀ ਹੌਲੀ ਚੱਲ ਪਏ ਹੈਗੇ ਆ ਤੇ ਹੋ ਸਕਦਾ ਪ੍ਰੋਸੈਸਿੰਗ ਟਾਈਮ ਡਾਊਨ ਆ ਵੀ ਜੀ। ਤੁਸੀਂ ਗੱਲ ਕੀਤੀ ਹੈ ਕਿ ਏਜੰਟ ਕਈ ਝੂਠ ਬੋਲ ਦਿੰਦੇ ਨੇ, ਮਤਲਬ ਕਿ ਆਮ ਲੋਕਾਂ ਨੂੰ, ਆਮ ਜਨਤਾ ਨੂੰ ਕਿਹੋ ਜਿਹਾ, ਮਤਲਬ ਕਿ ਕਿੱਥੇ ਪੜ ਕੇ ਏਜੰਟਸ ਦੇ ਹੱਥ ਜਾਣਾ ਚਾਹੀਦਾ ਹੈ ਜਾਂ ਕਿਹੋ ਜਿਹੇ ਏਜੰਟਸ ਜਿਹੜੇ ਨੇ ਮਤਲਬ ਕਿ ਉਹਨਾਂ ਦਾ ਆਸਰਾ ਲੈਣਾ ਚਾਹੀਦਾ, ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਜੋ ਧੋਖੇ ਤੋਂ ਜ਼ਰੂਰ ਬਚਣ? ਫਸਟ ਆਫ ਆਲ ਇਹਦੇ ਵਿੱਚ ਨਾ ਇੱਕ ਬਹੁਤ ਵੱਡੀ ਮਾਰ ਸਾਨੂੰ ਪੰਜਾਬੀਆਂ ਨੂੰ ਪੈਂਦੀ ਆ, ਉਸ ਚੀਜ਼ ਦਾ ਨਾਮ ਹੈ ਅਨਪੜ੍ਹਤਾ। ਕਿਉਂਕਿ ਅਸੀਂ ਲੋਕ ਸਿਰਫ ਇੱਕ ਐਜੂਕੇਸ਼ਨ ਘੱਟ ਹੋਣ ਕਰਕੇ ਕੀ ਆ, ਅਸੀਂ ਵੈਬਸਾਈਟਸ ਤੇ ਜਾ ਨਹੀਂ ਸਕਦੇ। ਹੁਣ ਮੈਂ ਕਹਿ ਦੂੰਗਾ ਸਰ ਵੈਬਸਾਈਟ ਤੇ ਜਾ ਕੇ ਦੇਖ ਲਓ, ਹੁਣ ਜਿਹੜਾ ਵਿਚਾਰਾ ਪੜ੍ਹਿਆ ਹੀ ਨਹੀਂ ਆ ਉਹਨੇ ਵੈਬਸਾਈਟ ਤੇ ਕੀ ਦੇਖਣਾ ਜੀ। ਜਿਹੜਾ ਬੰਦਾ ਐਜੂਕੇਟਡ ਆ ਉਹ ਸਭ ਤੋਂ ਪਹਿਲਾਂ ਵੈਬਸਾਈਟ ਤੇ ਦੇਖ ਲੈਂਦਾ ਆ, ਸਭ ਚੀਜ਼ਾਂ ਅਪਡੇਟ ਐਵਰੀਥਿੰਗ ਦੇਖ ਕੇ ਫਿਰ ਉਹ ਖੁਦ ਅਪਲਾਈ ਵੀ ਕਰ ਦਿੰਦਾ ਆ, ਵੀਜ਼ਾ ਆ ਵੀ ਜਾਂਦਾ। ਜਿਹੜਾ ਵਿਚਾਰਾ ਅਨਪੜ੍ਹ ਬੰਦਾ ਆ ਉਹ ਕੀ ਦੇਖੇਗਾ? ਉਹ ਤਾਂ ਵੈਬਸਾਈਟ ਤੇ ਜਾ ਹੀ ਨਹੀਂ ਸਕਦਾ। ਉਹਨੇ ਸਿਰਫ ਇਹ ਦੇਖਣਾ ਕਿ ਫਲਾਣੇ ਬੰਦੇ ਦਾ ਵੀਜ਼ਾ ਉੱਥੋਂ ਆਇਆ ਸੀ, ਉਹ ਵੀ ਉੱਥੇ ਚਲ ਜਾਏਗਾ ਜੀ। ਸੋ ਮੇਨ ਚੀਜ਼ ਹੈਗੀ ਆ ਸੋਸ਼ਲ ਮੀਡੀਆ। ਅੱਜ ਕੱਲ ਸੋਸ਼ਲ ਮੀਡੀਆ ਹਰ ਇੱਕ ਬੰਦੇ ਕੋਲ ਆ, YouTube, Facebook, Instagram, ਤੁਸੀਂ ਉੱਤੇ ਚੈੱਕ ਕਰੋ ਕਿਹੜਾ ਬੰਦਾ ਵਧੀਆ ਕੰਮ ਕਰ ਰਿਹਾ ਔਰ ਜੋ ਚੀਜ਼ ਦਿਖਾ ਰਿਹਾ ਉਹ ਵੈਬਸਾਈਟ ਤੋਂ ਦਿਖਾ ਰਿਹਾ ਕਿ ਨਹੀਂ। ਹੁਣ ਮੈਂ ਹਰੇਕ ਚੀਜ਼ ਕੋਈ ਵੀ ਅਪਡੇਟ ਆ ਮੈਂ ਸਿੱਧਾ ਉਸ ਕੰਟਰੀ ਦੀ ਵੈਬਸਾਈਟ ਲੈ ਜਾਂਦਾ ਹੁੰਦਾ ਕਿ ਆ ਲੋ ਜੀ ਵੈਬਸਾਈਟ, ਉਹਨਾਂ ਨੂੰ ਪ੍ਰੋਪਰ ਸਕਰੀਨ ਤੇ ਸਾਰੇ ਕਲਾਇੰਟਸ ਨੂੰ ਦਿਖਾਉਣਾ ਹੁੰਦਾ ਕਿ ਆਹ ਲਿਖਿਆ ਹੋਇਆ। ਕੈਨੇਡਾ ਦੀ ਮੈਂ ਗੱਲ ਕਰਾਂ ਤਾਂ ਪ੍ਰੋਸੈਸਿੰਗ ਟਾਈਮ ਮੈਂ 2-3 ਵਾਰੀ ਦਿਖਾ ਚੁੱਕਾ ਆਪਣੇ ਸਾਰੇ ਕਲਾਇੰਟਸ ਨੂੰ ਲਾਈਵ ਹੋ ਕੇ ਕਿ ਘੱਟੋ ਘੱਟ ਵੀ ਸਰ 248 ਡੇਜ਼ ਚੱਲਦੇ ਪਏ। ਪਹਿਲਾਂ 180 ਡੇਜ਼ ਸੀਗੇ, ਫਿਰ 240, ਹੁਣ 250 ਡੇਜ਼ ਹੋ ਗਏ ਆ। ਸੋ ਉਹ ਅਪਡੇਟ ਮੈਂ ਤਾਂ ਆਪਣੇ ਵੱਲੋਂ ਦੇ ਰਿਹਾ। ਹੁਣ ਜਿਹੜੀ ਮੇਰੀ ਵੀਡੀਓ ਆ ਉਹ ਜਦੋਂ ਕਲਾਇੰਟ ਤੱਕ ਪਹੁੰਚ ਜਾਂਦੀ ਹੁੰਦੀ ਹੈ ਤਾਂ ਉਹ ਸਮਝ ਆਉਂਦਾ ਕਿ ਹਾਂ ਵੀ ਆਪਾਂ ਹੁਣ ਨਹੀਂ ਲਗਾਉਣਾ। ਪਰ ਜਿਹੜੇ ਹੁਣ ਲਗਾ ਚੁੱਕੇ ਆ ਫਰਜ਼ੀ ਕੰਸਲਟੈਂਟਸ ਤੋਂ, ਜਿਹਨਾਂ ਨੇ ਕਿਹਾ ਸੀ ਮਹੀਨੇ 'ਚ ਆ ਜਾਊਗਾ ਜੀ, ਉਹ ਹੁਣ ਵਿਚਾਰੇ ਖਰਾਬ ਹੋ ਰਹੇ ਆ। ਬਿਲਕੁਲ ਇਸ ਤਰ੍ਹਾਂ ਹੈ। ਸੋ ਅਪਡੇਟ ਹੋਣਾ ਬਹੁਤ ਜ਼ਰੂਰੀ ਆ। ਅਸੀਂ ਆਪਣੇ ਲੈਵਲ ਤੇ ਅਪਡੇਟ ਕਰੀ ਜਾ ਰਹੇ ਹਰ ਇੱਕ ਇਨਸਾਨ ਨੂੰ। ਤੇ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਕੀ ਹੈ ਇਸ ਟਾਈਮ? ਵਰੁਣ ਜੀ, ਇਮੀਗ੍ਰੇਸ਼ਨ ਪਾਲਿਸੀ ਵਿੱਚ ਉਹਨਾਂ ਨੇ ਇਹ ਕਿਹਾ ਕਿ ਆਪਾਂ ਹੁਣ ਆਉਣ ਵਾਲੇ 3 ਸਾਲ ਦੇ ਅੰਦਰ ਘੱਟੋ ਘੱਟ ਵੀ 12 ਲੱਖ ਬੰਦਾ ਅਸੀਂ ਬੁਲਾਵਾਂਗੇ। ਹੁਣ 12 ਲੱਖ ਵਿੱਚ ਆਪਣੇ ਪੰਜਾਬੀ ਬੜੇ ਐਕਸਾਈਟਡ ਹੋ ਜਾਂਦੇ ਕਿ ਲੋ ਵੀ ਹੁਣ ਵੀਜ਼ੇ ਲੱਗਣੇ ਸ਼ੁਰੂ ਹੋ ਜਾਣੇ। ਬਿਲਕੁਲ, ਮੈਂ ਵੀ ਹੋ ਗਈ ਸੀ। ਠੀਕ ਹੈ, ਅੱਛਾ। ਤੇ ਹੁਣ ਜਿਹੜੇ ਕੰਸਲਟੈਂਟ ਆ ਉਹ ਵੀ ਇਹਨੂੰ ਕਹਿ ਲਓ ਕਿ ਆਪਣੇ ਹਿਸਾਬ ਨਾਲ ਮੈਨੂਪੂਲੇਟ ਕਰ ਲੈਂਦੇ ਆ। ਉਹਨਾਂ ਨੇ ਵੀ ਇਹੀ ਕਹਿਣਾ ਹਾਂਜੀ ਭਾਜੀ ਹੁਣ ਵੀਜ਼ੇ ਲੱਗਣੇ ਸ਼ੁਰੂ ਹੋ ਜਾਣੇ ਆ, ਤੁਸੀਂ ਆ ਜਾਓ ਅਪਲਾਈ ਕਰੀ ਜਾਓ ਸਿਰਫ ਕੁਝ ਪੈਸਿਆਂ ਕਰਕੇ। ਬਟ ਇਸ ਤਰ੍ਹਾਂ ਨਹੀਂ, ਉਹਦੀ ਬਰੀਕੀ 'ਚ ਜਾਓ, ਉਹਦੀ ਡੂੰਘਾਈ 'ਚ ਜਾਓ। ਉਹ 'ਚ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਇਮੀਗ੍ਰੈਂਟ ਸਭ ਤੋਂ ਪਹਿਲਾਂ ਬੁਲਾਉਣਾ ਚਾਹੁੰਦੇ। ਇਮੀਗ੍ਰੈਂਟਸ ਤੋਂ ਭਾਵ ਹੈ PR ਵਾਲੇ ਬੰਦੇ। PR ਕਿਹੜੇ? ਜਿਹੜੇ ਐਕਸਪ੍ਰੈਸ ਐਂਟਰੀ 'ਚ ਲੱਗੇ ਹੋਏ ਆ ਜਾਂ PNP 'ਚ ਲੱਗੇ ਹੋਏ ਆ। ਹੁਣ ਜਿਹੜੀ ਐਕਸਪ੍ਰੈਸ ਐਂਟਰੀ ਹੈਗੀ ਜਾਂ PNP, ਇਹ ਇੱਕ ਬਹੁਤ ਅਲੱਗ ਸਬਜੈਕਟ ਹੈ, ਇੱਥੇ ਆਪਾਂ ਕਿਸੇ ਹੋਰ ਦਿਨ ਵਿਚਾਰ ਕਰ ਸਕਦੇ ਹਾਂ। ਬਟ ਉਹਦੇ ਵਿੱਚ PR ਦੇ ਜਿਹੜੇ ਹੈਗੇ ਆ ਬੰਦੇ, ਨੁਮਾਇੰਦੇ ਚੁਣੇ ਜਾਂਦੇ ਹੈਗੇ ਆ। ਉਹ ਕਹਿੰਦੇ ਆਪਾਂ ਉਹਨਾਂ ਨੂੰ ਬੁਲਾਵਾਂਗੇ। ਸੈਕਿੰਡ ਅਸੀਂ ਬੁਲਾਵਾਂਗੇ ਸਟੂਡੈਂਟਸ ਨੂੰ। ਥਰਡ ਅਸੀਂ ਬੁਲਾਵਾਂਗੇ ਵਰਕ ਪਰਮਿਟਸ ਨੂੰ। ਇਸ ਤਰ੍ਹਾਂ ਹੁਣ ਉਹਨਾਂ ਪਾਲਿਸੀਜ਼ ਦੇ ਵਿੱਚ ਥੋੜਾ ਬਹੁਤ ਢਿੱਲ ਕੀਤਾ ਜਾ ਸਕਦਾ ਹੈ। ਤਾਂ ਹੀ ਜ਼ਿਆਦਾ ਬੰਦੇ ਆਉਣਗੇ ਕਿਉਂਕਿ ਇਹ ਪਲਾਨ ਪਹਿਲਾਂ ਸੀਗਾ 3 ਲੱਖ ਬੰਦਾ ਹਰ ਸਾਲ ਦਾ, ਆਲਮੋਸਟ ਕੋਈ 9-10 ਲੱਖ ਬੰਦਾ ਬੁਲਾਣਾ ਸੀ, ਜਿਹਨੂੰ ਵਧਾ ਕੇ ਹੁਣ 12 ਲੱਖ ਕੀਤਾ ਹੈ। ਸੋ ਉਹ ਕਿਉਂ ਕੀਤਾ? ਕਿਉਂਕਿ ਉਹਨਾਂ ਨੂੰ ਵੀ ਮੈਨ ਪਾਵਰ ਦੀ ਲੋੜ ਹੈਗੀ। ਜੀ। ਤੇ ਜਿਹੜੇ ਟੂਰਿਸਟ ਵੀਜ਼ਾ ਨੇ, ਫੈਮਿਲੀਜ਼ ਵੀਜ਼ਾ ਨੇ, ਉਹਨਾਂ ਦੀਆਂ ਬਾਇਓਮੈਟ੍ਰਿਕਸ ਹੁਣ ਤਾਜ਼ਾ ਸ਼ੁਰੂ ਹੋ ਗਈਆਂ ਜਾਂ ਕਦੋਂ ਤੱਕ ਚੱਲਣਗੀਆਂ? ਇਹ 25 ਨਵੰਬਰ ਤੋਂ ਸ਼ੁਰੂ ਹੋ ਗਈਆਂ। ਉਹਨਾਂ ਨੂੰ ਆਟੋਮੈਟਿਕਲੀ ਈਮੇਲ ਆ ਰਹੀ ਹੈਗੀ ਹੈ ਔਰ ਸਟੂਡੈਂਟ ਵੀਜ਼ਾ ਦੀ 2 ਦਸੰਬਰ ਤੋਂ ਸ਼ੁਰੂ ਹੋਏਗੀ। ਔਰ ਇੱਥੇ ਮੈਨੂੰ ਕਹਿ ਲਓ ਕਿ ਕਾਫੀ ਜ਼ਿਆਦਾ ਈਮੇਲਸ ਐਂਡ ਕਾਲਸ ਆਈਆਂ ਸੀਗੀਆਂ ਕਿ ਸਰ ਵਿਜ਼ਟਰ ਵੀਜ਼ਾ ਦੀ ਕਦੋਂ ਸ਼ੁਰੂ ਹੋਏਗੀ ਬਾਇਓਮੈਟ੍ਰਿਕ, ਜਿਹਨਾਂ ਨੇ ਅਪਲਾਈ ਕਰ ਦਿੱਤਾ ਹੋਇਆ ਲੇਕਿਨ ਬਾਇਓਮੈਟ੍ਰਿਕ ਕਰਕੇ ਬੈਠੇ ਹੋਏ ਆ। ਸੋ ਉਹਨਾਂ ਦੀ ਮੋਸਟ ਪ੍ਰੋਬਬਲੀ ਜਦੋਂ VFS ਨਾ ਕੰਮ ਕਰ ਰਿਹਾ ਫੇਸਿਸ ਦੇ ਵਿੱਚ, ਪਹਿਲਾ ਫੇਸ ਹੈਗਾ ਜੀ
ਫੈਮਿਲੀ ਕਲਾਸ, ਓਕੇ, ਦੂਸਰਾ ਫੇਸ ਹੈਗਾ ਜੀ ਸਟੂਡੈਂਟ ਵੀਜ਼ਾ। ਜਦੋਂ ਇਹ ਦੋ ਫੇਸਿਸ ਕਲੀਅਰ ਹੋ ਜਾਣਗੇ, ਠੀਕ ਹੈ, ਉਸ ਤੋਂ ਬਾਅਦ ਸ਼ੁਰੂ ਹੋਊਗਾ ਟੂਰਿਸਟ ਜਾਂ ਓਪਨ ਵਰਕ ਪਰਮਿਟ ਜਾਂ ਵਰਕ ਪਰਮਿਟ। ਫਿਰ ਉਹਨਾਂ ਦੇ ਬਾਇਓਮੈਟ੍ਰਿਕ ਹੋਣੇ ਆ। ਸੋ ਹੋ ਸਕਦਾ ਆਪਾਂ ਨੂੰ ਦਸੰਬਰ ਦੇ ਐਂਡ 'ਚ ਜਾਂ ਜਨਵਰੀ ਦੇ ਸਟਾਰਟਿੰਗ 'ਚ ਖੁਸ਼ਖਬਰੀ ਮਿਲ ਸਕਦੀ ਆ ਕਿ ਜੀ ਵਿਜ਼ਟਰ ਵੀਜ਼ਾ ਦੇ ਬਾਇਓਮੈਟ੍ਰਿਕਸ ਹੁਣ ਓਪਨ ਆਪਾਂ ਕਰਨ ਜਾ ਰਹੇ ਹਾਂ। ਸੋ VFS ਦੀ ਵੈਬਸਾਈਟ ਨੂੰ ਸਾਰੇ ਸਰੋਤੇ ਦੇਖਣ, ਉੱਥੇ ਅਪਡੇਟ ਆ ਜਾਊਗਾ ਤੇ ਫਿਰ ਉਹ ਜਾ ਸਕਦੇ ਹੈਗੇ। ਜਿਹੜੇ ਸਟੂਡੈਂਟਸ ਨੇ ਮਤਲਬ ਇੱਥੇ ਇੰਡੀਆ ਦੇ, ਉਹਨਾਂ ਦੀ ਸਟੱਡੀ ਕੰਪਲੀਟ ਹੋ ਚੁੱਕੀ ਹੈ, ਉਹ ਬਾਹਰ ਹੁਣ ਆਇਲਸ ਕਰਕੇ ਨਹੀਂ ਜਾ ਸਕਦੇ, ਉਹ ਫੈਮਿਲੀ ਵੀਜ਼ਾ ਦੇ ਲਈ ਜਾਣਾ ਵਧੀਆ ਰਹਿੰਦਾ ਉਹਨਾਂ ਦਾ ਜਾਂ ਟੂਰਿਸਟ ਵੀਜ਼ਾ ਦੇ ਲਈ ਕੈਨੇਡਾ ਦੇ ਵਿੱਚ? ਨਹੀਂ, ਦੇਖੋ ਇਹ ਚੋਇਸ ਆ, ਸਟੂਡੈਂਟਸ ਦੀ ਚੋਇਸ ਆ। ਹੁਣ ਜੇ ਕਿਸੇ ਇਨਸਾਨ ਦੀ ਏਜ 20, 21, 22 ਸਾਲ ਆ, ਉਹਨੇ ਹੁਣੀ ਸਟੱਡੀ ਖਤਮ ਕੀਤੀ ਹੈ, ਤੇ ਮੈਂ ਉਹਨੂੰ ਕਦੇ ਰਿਕਮੈਂਡ ਨਹੀਂ ਕਰੂੰਗਾ ਕਿ ਉਹ ਟੂਰਿਸਟ ਤੇ ਜਾਵੇ। ਕਿਉਂ? ਆਪਣੀ ਪ੍ਰੋਫਾਈਲ ਦੇ ਹਿਸਾਬ ਨਾਲ ਚੱਲੇ। ਉਹਦੀ ਪ੍ਰੋਫਾਈਲ ਕੀ ਕਹਿੰਦੀ ਹੈ ਕਿ ਉਹਨੇ ਪੜ੍ਹਾਈ ਖਤਮ ਕੀਤੀ ਆ, ਉਸ ਤੋਂ ਬਾਅਦ ਹਾਇਰ ਐਜੂਕੇਸ਼ਨ ਲਈ ਜਾਣਾ ਆ, ਤਾਂ ਵੀਜ਼ਾ ਆਫਿਸਰ ਕੋਲ ਜਦੋਂ ਫਾਈਲ ਜਾਂਦੀ ਉਹਨੂੰ ਅਸੈਸ ਕਰਦਾ ਹੈ ਕਿ ਇਹਦੇ ਪੁਰਾਣੇ ਮਾਰਕਸ ਕਿੰਨੇ ਸੀਗੇ, ਇਹਦੇ IELTS ਸਕੋਰ ਕਿੰਨੇ ਆ, ਇਹਦਾ ਜਿਹੜਾ ਚੂਜ਼ ਕਰਨ ਵਾਲਾ ਕੋਰਸ ਹੈਗਾ ਆ ਉਹ ਕੋਰਸ ਕਿਹੜਾ ਹੈਗਾ ਆ, ਔਰ ਇਹਨੇ ਉਸ ਤੋਂ ਬਾਅਦ ਕੀ ਕਰਨਾ ਹੈ। ਅਗਰ ਉਹ ਸਾਰੀ ਚੀਜ਼ਾਂ ਲੜੀਸਾਰ ਬਹੁਤ ਵਧੀਆ ਬਣੀਆਂ ਹੋਈਆਂ ਤੇ ਵੀਜ਼ਾ ਗ੍ਰਾਂਟ ਹੋ ਸਕਦਾ ਹੈ। ਬਟ ਟੂਰਿਸਟ ਵੀਜ਼ਾ ਮੈਂ ਰਿਕਮੈਂਡ ਨਹੀਂ ਕਰੂੰਗਾ। ਟੂਰਿਸਟ ਵੀਜ਼ਾ ਮੈਂ ਉਸ ਇਨਸਾਨ ਨੂੰ ਰਿਕਮੈਂਡ ਕਰਦਾ ਆ ਜਿਹਦੀ ਕੀ ਟਰੈਵਲ ਹਿਸਟਰੀ ਥੋੜੀ ਬਹੁਤ 1-2 ਕੰਟਰੀ ਬਣੀ ਹੋਵੇ, ਇੱਥੇ ਕੋਈ ਕੰਮ ਕਰਦਾ ਹੋਵੇ, ਸੈਲਰੀ ਆ ਰਹੀ ਹੋਵੇ ਜਾਂ ਬਿਜ਼ਨਸ ਹੋਵੇ, ਅੱਛਾ ਖਾਸਾ ਬੈਂਕ ਬੈਲੈਂਸ 5-6 ਲੱਖ ਰੁਪਏ ਹੋਵੇ, ਉਹ ਬੰਦਾ ਅਪਲਾਈ ਕਰਕੇ ਆਪਣਾ ਰਿਸਕ ਲੈ ਸਕਦਾ। ਬਿਕੋਜ਼ ਇਟਸ ਅ ਰਿਸਕ, ਕੋਈ ਕਨਫਰਮ ਨਹੀਂ ਹੁੰਦਾ। ਤੁਸੀਂ ਕਿੰਨੀਆਂ ਐਡਸ ਦੇਖਦੇ, ਲਿਖਿਆ ਹੁੰਦਾ 100% ਗਾਰੰਟੀ ਜੀ ਵੀਜ਼ਾ ਮਿਲੇਗਾ। ਦੈਟਸ ਟੋਟਲੀ ਹੋਪਲੈਸ, ਉਹ ਟੋਟਲੀ ਧੋਖਾ ਹੁੰਦਾ। ਉਹਨਾਂ ਚੀਜ਼ਾਂ ਤੋਂ ਸਾਡੇ ਬੰਦਿਆਂ ਨੂੰ ਬਚਣ ਦੀ ਬਹੁਤ ਲੋੜ ਹੈ। ਜੀ ਬਿਲਕੁਲ, ਤੁਸੀਂ ਬਹੁਤ ਚੰਗੀ ਗੱਲਬਾਤ ਕਰ ਰਹੇ ਹੋ। ਇਸ ਗੱਲਬਾਤ ਨੂੰ ਆਪਾਂ ਪ੍ਰੋਗਰਾਮ ਪੰਜਾਬ ਅਬਰੋਡ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਾਰੀ ਰੱਖਾਂਗੇ। ਫਿਲਹਾਲ ਵੇਲਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ? ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ? ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋਅ US ਇਮੀਗ੍ਰੇਸ਼ਨ ਐਂਡ ਪੋਲਿਟਿਕਸ ਵਿਦ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ ਦਾ ਪ੍ਰੋਗਰਾਮ ਪੰਜਾਬ ਅਬਰੋਡ। ਸਾਡੇ ਨਾਲ ਬਣੇ ਹੋਏ ਨੇ ਰਣਜੀਤ ਸਿੰਘ ਰਿਹਲ ਹੋਣੀ। ਆਪਾਂ ਗੱਲਬਾਤ ਕਰ ਰਹੇ ਹਾਂ ਸਰ ਵਿਦੇਸ਼ ਜਾਣ ਦੀ, ਕਿਉਂਕਿ ਪੰਜਾਬੀਆਂ ਦੇ ਚਾਹ ਦੀ, ਪਿਆਰ ਦੀ। ਤੇ ਫਿਲਹਾਲ ਜਦੋਂ ਹੁਣ ਮਤਲਬ ਕਿ ਹੌਲੀਡੇਜ਼ ਆਉਂਦੀਆਂ ਨੇ, ਮਤਲਬ ਕਿ ਸਾਲ ਦਾ ਅੰਤ ਆਉਂਦਾ ਤਾਂ ਚਾਅ ਜਿਹਾ ਪੈਦਾ ਹੁੰਦਾ ਹੈ। ਤੇ UK ਜਾਣ ਦਾ ਜਿਹੜਾ ਨਵੇਂ ਸਾਲ ਤੇ ਚਾਅ ਬਹੁਤ ਜ਼ਿਆਦਾ ਲੋਕਾਂ 'ਚ ਵੱਧ ਚੁੱਕਿਆ ਹੈ। UK ਨੂੰ ਲੈ ਕੇ ਕੀ ਅਪਡੇਟਸ ਨੇ ਵੀਜ਼ਾ ਦੇ ਵਿੱਚ? UK ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਪੰਜਾਬੀਆਂ ਨੂੰ ਐਤਕੀ ਬਹੁਤ ਖੁਸ਼ ਕੀਤਾ, ਕਿਉਂਕਿ ਕਿਸੇ ਵੀ ਕੰਟਰੀ ਨੇ ਵੀਜ਼ਾ ਦੇਣਾ ਸ਼ੁਰੂ ਨਹੀਂ ਕੀਤਾ ਸੀ। UK ਨੇ ਸਭ ਤੋਂ ਪਹਿਲਾਂ ਪਹਿਲ ਕੀਤੀ ਸੀ ਜੀ। 6 ਜੁਲਾਈ ਨੂੰ VFS ਇਹਨਾਂ ਨੇ ਸਭ ਤੋਂ ਪਹਿਲਾਂ ਓਪਨ ਕੀਤੀ ਸੀਗੀ, ਔਰ ਇਹਨਾਂ ਨੇ ਕਿਹਾ ਸੀ ਕਿ ਸਾਰੇ ਤਰ੍ਹਾਂ ਦੀ ਐਪਲੀਕੇਸ਼ਨਸ ਅਸੀਂ ਐਕਸੈਪਟ ਕਰਾਂਗੇ, ਵਿਜ਼ਟਰ ਵਾਲੀ ਵੀ, ਸਟੂਡੈਂਟ ਵਾਲੀ ਵੀ, ਹਰ ਤਰ੍ਹਾਂ ਦੀ। ਔਰ ਇਹਨਾਂ ਨੇ ਕੀਤੀ ਵੀ, ਔਰ ਵੀਜ਼ੇ ਵੀ ਇਹਨਾਂ ਨੇ ਦਿੱਤੇ, ਔਰ ਹੁਣ ਵੀ ਵੀਜ਼ੇ ਲੱਗ ਰਹੇ ਨੇ। ਬਟ ਜਿਹੜੀ ਇੱਕ ਚੀਜ਼ ਮੈਂ ਇੱਥੇ ਮੈਂਸ਼ਨ ਕਰਨਾ ਚਾਹੂੰਗਾ ਕਿ ਕੁਝ ਇਹ ਐਡ ਦੇ ਰਹੇ ਨੇ ਔਰ ਕਾਫੀ ਜਗ੍ਹਾ ਹਰ ਪ੍ਰਮੋਟ ਕਰ ਰਹੇ ਨੇ ਕਿ ਨਵਾਂ ਸਾਲ ਮਨਾਓ ਜਾ ਕੇ ਜੀ ਤੁਸੀਂ UK 'ਚ ਜੀ। ਔਰ ਕੁਝ ਲੋਕੀ ਰਿਫਿਊਜ਼ ਹੋ ਕੇ ਜਦੋਂ ਮੇਰੇ ਕੋਲ ਆਉਂਦੇ ਨੇ ਕਿ ਸਰ ਆਪਾਂ ਰਿਫਿਊਜ਼ ਹੋ ਕੇ, ਮੈਂ ਜਦੋਂ ਲੈਟਰ ਪੜ੍ਹਦਾ ਹਾਂ, ਦੇਖਦਾ ਕਿ ਕੀ ਲਿਖਿਆ ਸੀ ਕੰਸਲਟੈਂਟ ਨੇ। ਉਹ 'ਚ ਲਿਖਿਆ ਸੀ ਕਿ ਮੈਂ ਨਵਾਂ ਸਾਲ ਮਨਾਉਂਗਾ, ਇੱਥੇ ਘੁੰਮੂੰਗਾ। ਹੁਣ ਗੱਲ ਇੱਥੇ ਫਿਰ ਆ ਗਈ ਆ ਅਵੇਅਰਨੈਸ ਦੀ। ਕਿੰਨੇ ਕੰਸਲਟੈਂਟ ਹੀ ਅਵੇਅਰ ਨਹੀਂ ਹੈਗੇ ਇਸ ਟੌਪਿਕ ਤੋਂ ਕਿ ਲੰਡਨ ਦੇ ਮੇਅਰ ਨੇ ਇਹ ਕਹਿ ਚੁੱਕਾ ਆ ਕਿ ਨਵੇਂ ਸਾਲ ਇਤਕੀ ਨਹੀਂ ਮਨਾਇਆ ਜਾਊਗਾ UK 'ਚ ਜੀ। ਨਿਊ ਈਅਰ ਸੈਲੀਬ੍ਰੇਸ਼ਨਸ ਹੈਜ਼ ਬੀਨ ਕੈਂਸਲਡ, ਉਹ ਕੈਂਸਲ ਕਰ ਚੁੱਕੇ ਹੋਏ ਆ। ਔਰ ਇਹ ਅਕਤੂਬਰ ਦੀ ਖਬਰ ਆ ਘੱਟੋ ਘੱਟ ਜੀ। ਪਰ ਫਿਰ ਵੀ ਹੁਣ ਗੱਲ ਉਹੀ ਆ ਗਈ, ਤੁਸੀਂ ਜੋ ਪਹਿਲਾਂ ਪੁੱਛੀ ਸੀ ਕਿ ਜਨਤਾ ਕਿੱਦਾਂ ਅਵੇਅਰ ਹੋਵੇ। ਹੁਣ ਮੈਂ ਕਿੱਥੋਂ ਪੜ੍ਹਦਾ? ਇਹ ਸਭ ਚੀਜ਼ਾਂ ਆਫੀਸ਼ੀਅਲ ਵੈਬਸਾਈਟਸ ਤੋਂ, ਠੀਕ ਹੈ, ਉਹਨਾਂ ਦੇ ਬਲੌਗਸ ਬਣੇ ਹੋਏ ਆ। ਹੁਣ ਉੱਥੋਂ ਪੜ੍ਹ ਕੇ ਹੁਣ ਜਿਹੜੇ ਲੋਕੀ ਮੇਰੇ ਕੋਲ ਆਉਂਦੇ, ਮੈਂ ਉਹਨੂੰ ਸਾਫ਼-ਸਾਫ਼ ਕਹਿੰਦਾ ਨੂੰ ਸਰ ਨਵੇਂ ਸਾਲ ਤੇ ਨਹੀਂ ਲਗਾਣੀ। ਤੁਹਾਡਾ ਉੱਥੇ ਕੋਈ ਰਿਲੇਟਿਵ ਹੈਗਾ ਆ, ਕੋਈ ਦੋਸਤ ਹੈਗਾ, ਕੋਈ ਸਪਾਂਸਰਸ਼ਿਪ ਚਾਹੇ ਮੰਗਾ ਲਓ, ਇਨਵੀਟੇਸ਼ਨ ਲੈਟਰ ਮੰਗਵਾ ਲਓ, ਆਪਾਂ ਉਸ ਆਧਾਰ ਤੇ ਲਗਾ ਸਕਦੇ। ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਮੈਂ ਜਨਵਰੀ ਫਰਵਰੀ ਦੇ ਵਿੱਚ ਘੁੰਮਣ ਜਾਣਾ ਜੀ। ਦੋ ਚੀਜ਼ਾਂ। ਬਟ ਨਵਾਂ ਸਾਲ ਜਿਹੜੀ ਚੀਜ਼ ਕੈਂਸਲ ਹੋ ਚੁੱਕੀ ਆ, ਆਪਾਂ ਉਹਦੀ ਫਾਈਲ ਲਾਈ ਜਾਂਦੇ ਆ ਕਿੱਦਾਂ ਬਣਾ ਲਵਾਂਗੇ ਜੀ। ਬਿਲਕੁਲ ਬਿਲਕੁਲ। ਇੱਥੇ ਅਵੇਅਰਨੈਸ ਜਾਂ ਅਨਪੜ੍ਹਤਾ ਕਿਹਦੀ ਹੈਗੀ? ਕੰਸਲਟੈਂਟ ਦੀ। ਜਾਂ ਤਾਂ ਉਹ ਪੈਸੇ ਲਈ ਕਰ ਰਿਹਾ ਤੇ ਕਸਟਮਰ ਨੂੰ ਧੋਖੇ 'ਚ ਰੱਖਦਾ ਪਿਆ, ਤੇ ਜਾਂ ਉਹਨੂੰ ਪਤਾ ਹੀ ਨਹੀਂ ਆ ਇਸ ਬਾਰੇ, ਅਪਡੇਟ ਨਹੀਂ ਹੈਗਾ। ਸੋ ਫਸਟ ਆਫ ਆਲ, ਜਿਹਨੇ ਵੀ ਫਾਈਲ ਲਗਾਣੀ ਆ ਨਵੇਂ ਸਾਲ ਤੇ ਹੁਣ ਫਾਈਲ ਪਲੀਜ਼ ਨਾ ਲਗਾਈਓ UK ਦੀ। ਹਾਂ, UK ਦੀ ਆਪਣੀ ਫਾਈਲ 'ਚ ਨਾ ਲਿਖਿਓ ਕਿ ਮੈਂ ਜੀ UK 'ਚ ਨਵਾਂ ਸਾਲ ਮਨਾਉਣ ਜਾਣਾ। ਤੁਹਾਡੀ ਫਾਈਲ 90% ਰਿਫਿਊਜ਼ ਹੋ ਸਕਦੀ।
ਦੂਸਰੀ ਅਪਡੇਟ ਜੋ ਲੇਟੈਸਟ ਅਪਡੇਟ ਯੂਕੇ ਤੋਂ ਆਈ ਹੈ ਉਹ ਇਹ ਆਈ ਜੀ, ਪਹਿਲਾਂ ਉੱਥੇ ਹੁੰਦਾ ਸੀ 14 ਡੇਜ਼ ਕੁਆਰੰਟਾਈਨ, ਸਭ ਨੂੰ ਪਤਾ ਹੈ ਕਿ ਤੁਸੀਂ ਜਾ ਕੇ ਉੱਥੇ ਕੱਲੇ ਸੈਲਫ ਆਈਸੋਲੇਟ ਆਪਣੇ ਆਪ ਨੂੰ ਕਰਨਾ ਸੀਗਾ 14 ਦਿਨ ਵਾਸਤੇ ਜੀ। ਬਟ ਹੁਣ ਜਦੋਂ ਕ੍ਰਿਸਮਸ ਆ ਗਿਆ ਤੇ ਹੁਣ ਉੱਥੇ ਲੋਕਾਂ ਨੇ ਤਾਂ ਘੁੰਮਣਾ ਹੀ ਆ, ਯੂਰਪ ਤੋਂ ਵੀ ਲੋਕਾਂ ਨੇ ਆਣਾ ਘੁੰਮਣ ਵਾਸਤੇ, ਉਹਨਾਂ ਵਾਸਤੇ ਉਹਨਾਂ ਨੇ ਕੀ ਕੀਤਾ ਕਿ ਤੁਸੀਂ 5 ਡੇਜ਼ ਕੁਆਰੰਟਾਈਨ ਕਰੋ ਔਰ 5th ਡੇ ਆਪਣਾ ਤੁਸੀਂ ਕੋਵਿਡ-19 ਟੈਸਟ ਦਿਓ। ਠੀਕ ਹੈ, ਅਗਰ ਤੁਸੀਂ ਟੈਸਟ 'ਚ ਓਕੇ ਹੋ ਜਾਂਦੇ ਆ ਤਾਂ ਦੈਨ ਤੁਹਾਡਾ ਸੈਲਫ ਆਈਸੋਲੇਟ ਵਾਲਾ ਬਾਕੀ ਪੀਰੀਅਡ ਖਤਮ, ਤੁਸੀਂ ਆਰਾਮ ਨਾਲ ਇੰਜੋਏ ਕਰੋ, ਯੂਕੇ ਘੁੰਮੋ ਤੇ ਆਪਣੇ ਕੰਟਰੀ ਵਾਪਸ। ਤੇ ਜੇ ਕਿਸੇ ਦਾ ਇੱਥੇ ਕਰੋਨਾ ਟੈਸਟ ਹੋਇਆ ਹੋਵੇ ਫਿਰ ਵੀ ਉਹਨੂੰ ਜਾ ਉੱਥੇ ਦੁਬਾਰਾ ਦੇਣਾ ਪਏਗਾ? ਬਿਲਕੁਲ, ਪਹਿਲਾਂ ਇੱਥੇ ਹੋਣਾ ਆ, ਫਿਰ ਉੱਥੇ ਜਾ ਕੇ ਤੁਸੀਂ 5 ਡੇਜ਼ ਕੁਆਰੰਟਾਈਨ ਕਰਨਾ, ਸੈਲਫ ਆਈਸੋਲੇਟ ਆਪਣਾ ਕਿਸੇ ਹੋਟਲ ਦੇ ਵਿੱਚ ਜਾਂ ਬੰਦ ਕਮਰੇ 'ਚ। ਉਸ ਤੋਂ ਬਾਅਦ 5th ਡੇ ਟੈਸਟ ਹੋਏਗਾ, ਟੈਸਟ ਤੁਹਾਡਾ ਅਗਰ ਨੈਗੇਟਿਵ ਆਂਦਾ ਹੈ ਤਾਂ ਓਕੇ, ਤੁਸੀਂ ਆਪਣਾ ਇੰਜੋਏ ਕਰੋ। ਔਰ ਦੂਸਰਾ ਅਪਡੇਟ ਇਹ ਹੋਇਆ ਜੋ ਉੱਥੇ ਉਹਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਸੀਗਾ ਕਿ ਹੁਣ ਲਾਕਡਾਊਨ ਫਰਦਰ ਨਹੀਂ ਲੱਗੇਗਾ ਜੀ। ਵਾਈ? ਬਿਕੋਜ਼ ਉਹਨਾਂ ਨੂੰ ਵੀ ਪਤਾ ਆ ਕਿ ਜਿੱਦਾਂ ਹੁਣ ਸਾਡੇ ਇੰਡੀਆ ਵਿੱਚ ਦੀਵਾਲੀ ਹੁੰਦੀ ਆ, ਸੇਲਸ ਹੁੰਦੀਆਂ, ਹਰ ਬੰਦੇ ਨੇ ਆਪਣੇ 4 ਪੈਸੇ ਕਮਾਣੇ ਆ, ਉੱਥੇ ਕ੍ਰਿਸਮਸ ਉਹਨਾਂ ਦਾ ਮੇਨ ਫੈਸਟੀਵਲ ਹੈ। ਸੋ ਉਹ ਕ੍ਰਿਸਮਸ ਤੇ ਲਾਕਡਾਊਨ ਨਹੀਂ ਕਰੂਗੇ। ਸੋ ਕ੍ਰਿਸਮਸ ਵਾਸਤੇ ਉਹਨਾਂ ਨੇ ਇਸ ਚੀਜ਼ ਨੂੰ ਓਪਨ ਕੀਤਾ ਹੋਇਆ ਕਿ ਹਾਂ ਵੀ ਇੱਕ ਹਲੇ ਕ੍ਰਿਸਮਸ ਦਾ ਈਵ ਹੈ, ਇੱਥੇ ਪੂਰਾ ਆਪਣਾ ਇੰਜੋਏ ਕਰੋ। ਉਸ ਤੋਂ ਬਾਅਦ ਹੋ ਸਕਦਾ ਜਨਵਰੀ ਦੇ ਵਿੱਚ। ਅੱਛਾ ਰਣਜੀਤ ਸਿੰਘ ਜੀ, ਜਿੱਦਾਂ ਨਵੇਂ ਸਾਲ ਤੇ ਵੀਜ਼ਾ ਨਹੀਂ ਲੱਗਣੇ, ਕ੍ਰਿਸਮਸ ਦੇ ਲਈ ਲੱਗ ਸਕਦੇ ਆ ਯੂਕੇ ਦੇ? ਇਹ ਬਹੁਤ ਇੱਕ ਡਿਫਰੈਂਟ ਟੌਪਿਕ ਚਲੇ ਜਾਏਗਾ। ਇਹਦੇ ਵਿੱਚ ਤੁਹਾਨੂੰ ਮੈਂ ਇੱਕ ਹਲਕੀ ਜਿਹੀ ਗੱਲ ਦੱਸ ਦਿੰਦਾ ਕਿ ਕ੍ਰਿਸਮਸ ਸਾਡਾ ਫੈਸਟੀਵਲ ਨਹੀਂ ਆ, ਪਹਿਲੀ ਗੱਲ। ਠੀਕ ਹੈ, ਉਹਨਾਂ ਨੂੰ ਵੀ ਪਤਾ ਹੁੰਦਾ ਕਿ ਇਹ ਇੱਕ ਬਹਾਨਾ ਬਣਾ ਕੇ ਆਉਂਦੇ ਪਏ ਆ। ਹੁਣ ਜਿਹੜਾ ਇਨਸਾਨ ਕਦੀ ਇੰਡੀਆ ਤੋਂ ਬਾਹਰ ਨਹੀਂ ਗਿਆ, ਉਹ ਯੂਕੇ ਜਾਊਗਾ ਜੀ, ਸਿੰਪਲ ਲੈਟਰ ਲਿਖਿਆ ਕਿ ਮੈਂ ਕ੍ਰਿਸਮਸ ਇੰਜੋਏ ਕਰਨ ਜਾਣਾ ਆ, ਤਾਂ ਵੀਜ਼ਾ ਆਫਿਸਰ ਦੇ ਦਿਮਾਗ 'ਚ ਕਿਤੇ ਨਾ ਕਿਤੇ ਗੱਲ ਆ ਜਾਂਦੀ, ਇਹ ਬੰਦਾ ਸਿਰਫ ਐਂਟਰੀ ਕਰਨਾ ਚਾਹੁੰਦਾ ਯੂਕੇ 'ਚ, ਇਹਨੇ ਆ ਕੇ ਮੁੜ ਕੇ ਵਾਪਿਸ ਨਹੀਂ ਜਾਣਾ। ਦੂਸਰੀ ਗੱਲ, ਸਪੋਜ਼ ਕਰੋ ਰੱਬ ਨਾ ਕਰੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਤੁਹਾਡੇ ਕੋਲ ਅਗਲਾ ਬਹਾਨਾ ਕੀ? ਮੁੜ ਕੇ ਤੁਸੀਂ ਅਗਲਾ ਬਹਾਨਾ ਕੀ ਲੱਭੋਗੇ ਫਿਰ? ਸੋ ਜਦੋਂ ਤੁਸੀਂ ਕੋਈ ਹੋਰ ਬੰਦਾ ਲੱਭ ਵੀ ਲਓਗੇ, ਵੀਜ਼ਾ ਆਫਿਸਰ ਨੂੰ ਸ਼ੱਕ ਹੁੰਦਾ ਕਿ ਇਹ ਬੰਦਾ ਸਿਰਫ ਔਰ ਸਿਰਫ ਨਾ ਐਂਟਰ ਹੋਣਾ ਚਾਹੁੰਦਾ ਹੈ, ਰਸਤੇ ਵੱਖਰੇ ਵੱਖਰੇ ਅਪਣਾ ਰਿਹਾ ਹੈ, ਲਾਈਕ ਪਹਿਲਾਂ ਕ੍ਰਿਸਮਸ, ਫਿਰ ਨਿਊ ਈਅਰ ਜਾਂ ਫਿਰ ਕੋਈ ਹੋਰ ਰਸਤਾ। ਸੋ ਬੈਟਰ ਹੁੰਦਾ ਕਿ ਆਪਣਾ ਤੁਸੀਂ ਏਮ ਰੱਖੋ ਟੂਰਿਜ਼ਮ ਦਾ ਕਿ ਮੈਂ ਸਿਰਫ ਘੁੰਮਣ ਜਾਣਾ ਜੀ। ਠੀਕ ਹੈ, ਜਾਂ ਤੁਹਾਨੂੰ ਉੱਥੋਂ ਦੀ ਕੋਈ ਇਨਵੀਟੇਸ਼ਨ ਆਈ ਹੋਵੇ, ਤਾਏ ਚਾਚੇ ਮਾਮੇ ਦੀ, ਕਿਸੇ ਦੀ ਵੀ, ਤੁਹਾਡੀ ਪ੍ਰੋਫਾਈਲ ਇੱਥੇ ਅੱਛੀ ਹੋਵੇ, ਇਹ ਵੀ ਨਾਲ ਮੈਂ ਕਹਿ ਰਿਹਾ, ਤੁਹਾਡੀ ਇੱਥੇ ITR ਭਰੀ ਹੋਵੇ, ਤੁਹਾਡੀ ਇੱਥੇ ਬੈਂਕ ਬੈਲੈਂਸ ਹੋਣਾ ਹੋਵੇ, ਬੈਂਕ ਸਟੇਟਮੈਂਟ ਖਾਸ ਤੌਰ ਤੇ ਅੱਛੀ ਹੋਵੇ, ਔਰ ਕੋਈ ਵੀ ਦੋਸਤੋ ਫੇਕ ਡਾਕੂਮੈਂਟ ਭੁੱਲ ਕੇ ਨਾ ਲਗਾਓ। ਇਹ ਮੈਂ ਖਾਸ ਤੌਰ ਤੇ ਕਹਿ ਰਿਹਾ, ਮਾਰਕੀਟ 'ਚ ਬਹੁਤ ਲੋਕੀ ਬੈਠੇ ਇਹੋ ਜਿਹੇ ਜੋ ਕਹਿੰਦੇ ਜੀ ਤੁਸੀਂ ਤੁਹਾਡੀ ਬੈਂਕ ਸਟੇਟਮੈਂਟ ਅਸੀਂ ਲਗਾ ਦੇਵਾਂਗੇ, ਤੁਹਾਡੀ ITR ਅਸੀਂ ਕਰ ਦੇਵਾਂਗੇ। ਬਿਲਕੁਲ ਨਹੀਂ, ਕਿਉਂਕਿ ਜੇ ਤੁਹਾਡੀ ਵੈਰੀਫਿਕੇਸ਼ਨ ਹੋ ਗਈ ਡਾਕੂਮੈਂਟ ਦੀ, ਤੁਸੀਂ ਸਿੱਧਾ 10 ਸਾਲ ਵਾਸਤੇ ਬੈਨ ਹੋਵੋਗੇ ਔਰ ਦੁਬਾਰਾ ਬੈਨ ਫਿਰ ਜਲਦੀ ਟੁੱਟਣਾ ਨਹੀਂ ਹੈ। ਸੋ ਇਸ ਕਰਕੇ ਜੈਨੂਇਨ ਡਾਕੂਮੈਂਟੇਸ਼ਨ ਦੇ ਹਿਸਾਬ ਨਾਲ ਯੂਕੇ ਦੀ ਅਗਰ ਫਾਈਲ ਲਗਾਉਂਦੇ ਆ ਤਾਂ ਵੀਜ਼ਾ ਦੀ ਪੋਸੀਬਿਲਿਟੀ ਹੈਗੀ ਆ, ਬਟ ਆਪਣੀ ਟਰੈਵਲਿੰਗ ਡੇਟਸ ਜਨਵਰੀ ਜਾਂ ਫੈਬਰੀ ਦੇ ਰੱਖੋ, ਨਵਾਂ ਸਾਲ ਨਾ ਕਰੋ। ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਯੂਕੇ ਆ ਉਸਦਾ ਵੀਜ਼ਾ ਬਹੁਤ ਮੁਸ਼ਕਿਲ ਦੇ ਨਾਲ ਲੱਗਦਾ ਹੈ ਬਾਕੀ ਕੰਟਰੀਜ਼ ਦੇ ਕੰਪੈਰੀਟਿਵਲੀ। ਕੁਝ ਹੱਦ ਤੱਕ ਆਪਾਂ ਕਹਿ ਸਕਦੇ, ਕਿਉਂਕਿ ਜਿਹੜਾ ਯੂਕੇ ਹੈਗਾ ਆ, ਜਦੋਂ ਤੁਸੀਂ ਆਪਣੀ ਫਾਈਲ ਸਬਮਿਟ ਕਰਵਾਉਂਦੇ ਆ, ਉਹਨੇ ਸਭ ਤੋਂ ਪਹਿਲਾਂ ਤੁਹਾਡੀ ਫਾਈਨੈਂਸ਼ੀਅਲਸ ਰੀਡ ਕਰਨੇ ਹੈਗੇ। ਉਹ ਫਾਈਨੈਂਸ਼ੀਅਲਸ ਕਈ ਵਾਰੀ ਕੀ ਹੁੰਦਾ ਹੈ, ਸ਼ੈਨਗਨ ਦੇ ਵਿੱਚ ਅਪਰੂਵ ਹੋ ਜਾਂਦੇ ਆ, ਕੈਨੇਡਾ 'ਚ ਅਪਰੂਵ ਹੋ ਜਾਂਦੇ, ਬਟ ਯੂਕੇ 'ਚ ਆ ਕੇ ਅੜ ਜਾਂਦੇ ਆ, ਕਿਉਂਕਿ ਯੂਕੇ ਤੁਹਾਡੀ ITR ਔਰ ਤੁਹਾਡੀ ਬੈਂਕ ਸਟੇਟਮੈਂਟ ਨੂੰ ਬਹੁਤ ਤਵੱਜੋ ਦਿੰਦਾ ਹੈ, ਔਰ ਈਵਨ ਵੈਰੀਫਿਕੇਸ਼ਨ ਤੱਕ ਕਰਨ ਤੇ ਆ ਜਾਂਦਾ ਹੈ। ਬੈਂਕ ਨੂੰ ਸਿੱਧਾ ਕਾਲ ਕਰਕੇ ਬੈਂਕ ਵਾਲਿਆਂ ਤੋਂ ਸਭ ਕੁਝ ਪੁੱਛ ਲੈਂਦਾ ਹੈ, ਔਰ ਕਾਫੀ ਲੋਕੀ ਰੀਸੈਂਟਲੀ ਬੈਨ ਵੀ ਹੋਏ ਨੇ। ਕਿਹਨਾਂ ਕਰਕੇ? ਸਿਰਫ ਕੁਝ ਇਹੋ ਜਿਹੇ ਏਜੰਟਸ ਕਰਕੇ ਜੋ ਕਿ ਵੱਡੀ ਅਮਾਉਂਟ ਮੰਗਦੇ ਆ ਆਫਟਰ ਵੀਜ਼ਾ, ਔਰ ਕਹਿੰਦੇ ਤੁਹਾਡੇ ਡਾਕੂਮੈਂਟ ਸਾਰੇ ਅਸੀਂ ਰੈਡੀ ਕਰਾਂਗੇ, ਬਾਅਦ ਚੋਂ ਬੈਨ ਹੁੰਦਾ, ਉਹ ਬੰਦਾ ਫਿਰ ਕਿਸੇ ਪਾਸੇ ਦਾ ਨਹੀਂ ਰਹਿੰਦਾ, ਉਹ ਯੂਕੇ ਫਿਰ ਭੁੱਲ ਜਾਵੇ ਹਮੇਸ਼ਾ ਲਈ। ਆਪਾਂ ਅਪਡੇਟਸ ਦੀ ਗੱਲ ਕਰ ਰਹੇ ਹਾਂ, ਅਮਰੀਕਾ ਦੀ ਅਪਡੇਟ ਅੱਜ ਕੱਲ ਕੀ ਚੱਲ ਰਹੀ ਹੈ? USA ਦੇ ਵਿੱਚ ਕਾਫੀ ਲੋਕੀ ਐਕਸਾਈਟਡ ਹੋ ਰਹੇ ਸੀਗੇ ਕਿ ਸ਼ਾਇਦ ਦਸੰਬਰ ਦੇ ਵਿੱਚ ਉਹ ਵੀ ਆਪਣਾ ਅਪਾਇੰਟਮੈਂਟ ਸਿਸਟਮ ਓਪਨ ਕਰਨ, ਬਟ ਯੂਕੇ ਦੇ ਵਿੱਚ ਸਿਰਫ USA ਦੇ ਵਿੱਚ ਤੁਹਾਡੇ ਬਾਇਓਮੈਟ੍ਰਿਕਸ ਤਾਂ ਹੋ ਜਾਣਗੇ, ਲੇਕਿਨ ਜਿਹੜੀ ਕਾਉਂਸਲਰ ਜਾਂ ਐਮਬੈਸੀ ਦੇ ਅੰਦਰ ਜਾ ਕੇ ਤੁਹਾਡੀ ਇੰਟਰਵਿਊ ਹੁੰਦੀ ਆ, ਉਹਦੀ ਡੇਟ ਹਲੇ ਅਵੇਲੇਬਲ ਹੀ ਨਹੀਂ ਹੈਗੀ ਆ। ਜੈਨ ਤੋਂ ਲੈ ਕੇ ਜੂਨ, ਜੁਲਾਈ, ਅਗਸਤ ਤੱਕ ਕਿਤੇ ਵੀ ਕੋਈ ਡੇਟ ਅਵੇਲੇਬਿਲਿਟੀ ਹੀ ਨਹੀਂ ਸ਼ੋ ਕਰਦਾ ਪਿਆ। ਸੋ ਉਹਨਾਂ ਨੂੰ ਹਲੇ ਵੇਟ ਕਰਨੀ ਪਏਗੀ ਦਸੰਬਰ ਦੀ। ਹੋ ਸਕਦਾ ਹੈ ਜਨਵਰੀ 2021 ਦੇ ਵਿੱਚ ਨਵਾਂ ਅਪਡੇਟ ਕੋਈ ਨਾ ਕੋਈ USA ਦਾ ਆ ਸਕਦਾ। ਮਤਲਬ ਇਹਨਾਂ ਦੀਆਂ ਅਪਾਇੰਟਮੈਂਟਸ ਨੂੰ ਹਲੇ ਟਾਈਮ ਲੱਗੂਗਾ। ਬਿਲਕੁਲ। ਜੇ ਕੋਈ ਬੰਦਾ ਆਸਟ੍ਰੇਲੀਆ ਬੈਠਾ ਆ, ਉੱਥੋਂ ਦੀ ਅਪਾਇੰਟਮੈਂਟ USA ਦੀ ਮਿਲਦੀ ਪਈ ਆ। ਜੇ ਕੋਈ ਬੰਦਾ ਕਵੇ ਕਿ ਆਸਟ੍ਰੇਲੀਆ ਤੋਂ ਮੈਂ ਬੈਠਾ ਆ, ਸਟੱਡੀ ਵੀਜ਼ਾ ਤੇ ਹੈਗਾ ਜਾਂ PR ਹੈਗਾ, ਉਹ ਚਾਹੁੰਦਾ ਕਿ ਮੈਂ USA ਘੁੰਮਣ ਜਾਣਾ, ਫੈਬਰੂਅਰੀ ਦੀ ਅਪਾਇੰਟਮੈਂਟ ਮਿਲਦੀ ਪਈ ਆ। ਓਕੇ, ਸੋ ਅਗਰ ਉਹ ਇੰਟਰਸਟਡ ਹੈਗੇ ਆ ਤਾਂ ਉਹ ਆਪਣਾ DS 160 ਫਾਰਮ ਹੁੰਦਾ ਹੈ, ਉਹਨੂੰ ਫਿਲ ਅਪ ਕਰਕੇ ਆਪਣੀ ਆਨਲਾਈਨ ਫੀਸ ਭਰ ਕੇ ਅਪਾਇੰਟਮੈਂਟ ਲੈ ਸਕਦੇ ਹੈਗੇ। ਤੁਸੀਂ ਇੱਕ ਬੜੀ ਸਿਆਣੀ ਗੱਲ ਕੀਤੀ ਹੈ ਕਿ ਫਰਜ਼ੀ ਕਾਗਜ਼ ਲਾ ਦਿੱਤੇ ਜਾਂਦੇ ਨੇ, ਜਾਂ ਕਈ ਵਾਰੀ ਫਿਰ ਉਹ 10 ਸਾਲ ਦੇ ਲਈ ਬੈਨ ਹੋ ਜਾਂਦਾ ਹੈ। ਹਰ ਕੰਟਰੀ ਦਾ ਅਲੱਗ-ਅਲੱਗ ਹੁੰਦਾ ਹੈ ਕਿ ਇੰਨੇ ਸਾਲ ਲਈ ਬੈਨ ਹੋ ਗਿਆ, ਇੰਨੇ ਸਾਲ ਲਈ ਬੈਨ ਹੋ ਗਿਆ, ਕਿ ਸੇਮ ਹੀ ਹੁੰਦਾ ਫਿਰ ਪੂਰੇ ਓਵਰਆਲ ਵਰਲਡ ਲਈ ਬੈਨ ਹੋ ਜਾਂਦਾ। ਅੱਛਾ ਸਵਾਲ ਪੁੱਛਿਆ। UK ਦਾ ਹੁੰਦਾ 10 ਸਾਲ ਦੀ ਬੈਨ ਜੀ,
ਕੈਨੇਡਾ ਦਾ ਹੁੰਦਾ ਹੈ 5 ਸਾਲ ਦੀ ਬੈਨ ਜੇ ਡਾਕੂਮੈਂਟਸ ਤੁਸੀਂ ਫੇਕ ਲਗਾਓਗੇ ਜੀ। ਆਸਟ੍ਰੇਲੀਆ 2-3 ਸਾਲ ਦਾ ਹੁੰਦਾ ਹੈ ਜੀ। USA ਦਾ ਡਿਫਰੈਂਟ ਸਿਸਟਮ, ਕਿਉਂਕਿ ਉੱਥੇ ਡਾਕੂਮੈਂਟੇਸ਼ਨ ਜਾਂਦੀ ਨਹੀਂ ਹੈ, ਉੱਥੇ ਫੇਸ ਟੂ ਫੇਸ ਇੰਟਰਵਿਊ ਹੁੰਦੀ ਜੀ। ਹੈ। ਸੋ ਜਦੋਂ ਕੋਈ ਬੰਦਾ ਇੱਕ ਕੰਟਰੀ ਤੋਂ ਬੈਨ ਹੋ ਜਾਂਦਾ ਆ ਜੀ। ਤਾਂ ਉਹ ਦੂਸਰੇ ਕੰਟਰੀ ਤੋਂ ਅਪਲਾਈ ਕਰਦਾ ਹੈ ਤਾਂ ਉਹਦਾ ਵੀਜ਼ਾ ਲੱਗ ਸਕਦਾ ਹੈ। ਕਿਉਂਕਿ ਪਹਿਲਾਂ ਹੁੰਦੀ ਸੀ ਸਟੈਂਪਸ ਲੱਗਦੀ ਹੈ ਪਾਸਪੋਰਟ ਤੇ, ਜੀ। ਉਹਨੂੰ ਖਤਮ ਹੋ ਚੁੱਕੀਆਂ। ਹੁਣ ਸਪੋਜ਼ ਕੋਈ UK ਤੋਂ ਬੰਦਾ ਬੈਨ ਹੋਇਆ ਹੈ, ਅਗਰ ਉਹ ਕੈਨੇਡਾ 'ਚ ਅਪਲਾਈ ਕਰਦਾ ਆ ਤਾਂ ਉਹ ਵੀਜ਼ਾ ਗ੍ਰਾਂਟ ਹੋ ਸਕਦਾ ਹੈ। ਜੀ। ਬਟ ਅਗਰ ਕੈਨੇਡਾ ਨੂੰ ਤੇ ਸ਼ੱਕ ਪੈਂਦੀ ਕਿਸੇ ਵੀ ਤਰ੍ਹਾਂ ਦੀ ਔਰ ਉਹ ਵੈਰੀਫਿਕੇਸ਼ਨ ਚਲੇ ਜਾਂਦਾ ਆ ਤਾਂ ਫਿਰ ਪ੍ਰੋਬਲਮ ਹੋ ਸਕਦੀ, ਉਹ ਕੈਨੇਡਾ ਤੋਂ ਵੀ ਫਿਰ ਬੈਨ ਹੋ ਸਕਦਾ, ਕਿਉਂਕਿ ਹਰ ਕੰਟਰੀ ਪਹਿਲਾਂ ਪੁੱਛਦਾ ਹੁੰਦਾ ਫਾਰਮ ਦੇ ਵਿੱਚ ਕਿ ਕਿਸੇ ਤੁਸੀਂ ਕੰਟਰੀ ਤੋਂ ਬੈਨ ਤਾਂ ਨਹੀਂ ਹੈਗੇ। ਜੀ ਬਿਲਕੁਲ। ਤੁਸੀਂ ਅਗਰ ਨੋ ਕਰੋਗੇ ਔਰ ਕੱਲ ਨੂੰ ਫੜੇ ਜਾਂਦੇ ਆ ਫਿਰ ਤੇ ਤੁਸੀਂ 100% ਬੈਨ ਹੋਗੇ ਉਸ ਕੰਟਰੀ ਤੋਂ। ਬਿਲਕੁਲ ਬਿਲਕੁਲ ਇਹ ਚੀਜ਼ ਜੀ। ਤੇ ਜਿੱਦਾਂ ਕੈਨੇਡਾ ਜਿਹੜਾ ਹੈ ਉਹ ਫੈਮਿਲੀ ਵੀਜ਼ਾ ਨੂੰ ਜ਼ਿਆਦਾ ਪਹਿਲ ਦਿੰਦਾ ਹੈ ਨਾ, ਉੱਥੇ ਜ਼ਿਆਦਾ ਵੀਜ਼ਾ ਲੱਗਦੇ ਨੇ ਫੈਮਿਲੀ ਵੀਜ਼ਾ ਦੇ। ਅਮਰੀਕਾ ਤੇ ਜਿਹੜਾ ਇੰਗਲੈਂਡ ਹੈ ਉਹ ਕਿੱਦਾਂ ਦੇ ਜਿਹੜਾ ਵੀਜ਼ਾ ਹੈ ਉਹਨੂੰ ਜ਼ਿਆਦਾ ਮੂਹਰੇ ਰੱਖਦਾ ਹੈ? ਕੈਨੇਡਾ ਜਿੱਦਾਂ ਸਟੱਡੀ ਵੀਜ਼ਾ ਨੂੰ ਵੀ ਬਹੁਤ ਪਹਿਲ ਦਿੰਦਾ, ਅਮਰੀਕਾ ਤੇ ਇੰਗਲੈਂਡ ਦੇ ਵਿੱਚ ਕਿਹੜਾ ਜ਼ਿਆਦਾ? ਟੋਟਲੀ ਅਲੱਗ ਪਾਲਿਸੀਜ਼ ਹੈ। ਇੰਗਲੈਂਡ ਦੀ ਪਾਲਿਸੀ ਇੱਕੋ ਹੈਗੀ ਆ ਕਿ ਸਟੂਡੈਂਟਸ ਨੂੰ ਬੁਲਾਓ ਜੀ, ਪੜੋ, ਪੜ ਕੇ ਉਹ ਵਾਪਸ ਚਲੇ ਜਾਓ। ਜੀ ਬਿਲਕੁਲ। ਦੈਟਸ ਇਟ। ਉੱਥੇ ਤੁਸੀਂ 2010-11 ਦੀ ਵੀ ਅਗਰ ਰਿਸਰਚ ਕਰੋਗੇ ਜਾਂ ਰਿਕਾਰਡ ਚੈੱਕ ਕਰੋਗੇ ਤਾਂ ਉਦੋਂ ਬਹੁਤ ਬੱਚੇ ਬੁਲਾਏ ਸੀਗੇ ਔਰ ਉਹਨਾਂ ਨੂੰ ਬਾਅਦ ਚੋਂ ਵਾਪਸ ਤੋੜ ਦਿੱਤਾ ਗਿਆ ਸੀ। ਠੀਕ ਹੈ, ਕਿੰਨੇ ਕਾਲਜ ਫਲॉप ਸ਼ੋ ਹੋ ਗਏ ਸੀ, ਕਾਲਜ ਬੰਦ ਹੋ ਗਏ ਸੀਗੇ, ਕਿੰਨਾ ਕੁਝ ਹੋਇਆ ਸੀਗਾ। ਅਗਰ USA ਦੀ ਗੱਲ ਕਰੀਏ, USA ਦੀ ਪਾਲਿਸੀ ਜਦੋਂ ਓਬਾਮਾ ਜੀ ਹੁੰਦੇ ਸੀਗੇ ਉਦੋਂ ਅੱਛੀ ਸੀ, ਉਦੋਂ ਬੱਚੇ ਪੜਨ ਜਾਂਦੇ ਸੀ ਔਰ ਪੱਕੇ ਵੀ ਹੋਏ ਔਰ ਉਸ ਟਾਈਮ ਕਿੰਨੇ IT ਪਰਸਨਸ ਨੂੰ ਵੀਜ਼ਾ ਦਿੱਤੇ ਵੀ ਗਏ, ਉਹਨਾਂ ਦੇ ਸਪਾਊਸ ਨੂੰ ਵੀਜ਼ਾ ਦਿੱਤੇ ਗਏ ਸੀ ਜੀ। ਕੈਨੇਡਾ ਦੀ ਪਾਲਿਸੀ ਟੋਟਲੀ ਡਿਫਰੈਂਟ ਹੈ। ਕੈਨੇਡਾ ਇਮੀਗ੍ਰੇਸ਼ਨ ਨੂੰ ਬਹੁਤ ਪ੍ਰਮੋਟ ਕਰ ਰਿਹਾ, ਉਹ ਕਹਿੰਦਾ ਸਟੂਡੈਂਟਸ ਇੱਥੇ ਆਣ ਔਰ ਸਕੋ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਲੈਣ ਔਰ ਬਾਅਦ ਚੋਂ ਆਪਣੀ PR ਵੀ ਅਪਲਾਈ ਕਰਨ ਔਰ ਕੱਲ ਨੂੰ ਸਿਟੀਜ਼ਨਸ਼ਿਪ ਵੀ ਅਪਲਾਈ ਕਰਨ। ਠੀਕ, ਇੰਨੀ ਦੂਰ ਤੱਕ ਸੋਚਦੇ ਆ। PR ਨੂੰ ਵੀ ਬਹੁਤ ਪ੍ਰਮੋਟ ਕਰ ਰਿਹਾ, ਫੈਮਿਲੀਜ਼ ਨੂੰ ਬਹੁਤ ਪ੍ਰਮੋਟ ਕਰ ਰਿਹਾ। ਫੈਮਿਲੀ ਕਲਾਸ ਕਿਹੜੀ ਵਾਲੀ ਮੈਂ ਕਹਿ ਰਿਹਾ ਆ, ਟੂਰਿਸਟ ਵਾਲੀ ਨਹੀਂ ਕਹਿ ਰਿਹਾ, ਫੈਮਿਲੀ ਕਲਾਸ ਦੂਸਰੀ ਕਿ ਪੂਰੇ ਪਰਿਵਾਰ ਜਦੋਂ ਉੱਥੇ ਸ਼ਿਫਟ ਹੁੰਦੇ ਹੈਗੇ PR ਹੁੰਦੇ, ਉਹ ਵਾਲੀ। ਉਹਨੂੰ ਟਾਈਮ ਲੱਗਦਾ, ਉਹ ਘੱਟੋ ਘੱਟ ਵੀ 10 ਸਾਲ ਦਾ ਗੈਪ ਹੁੰਦਾ। ਅਮਰੀਕਾ ਨੂੰ ਤੇ ਲੱਗ ਜਾਂਦਾ। ਅਮਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਆ, ਕੋਈ ਭੈਣ ਭਰਾ ਉੱਥੇ ਬੈਠਾ ਹੋਇਆ ਆ, ਉਹ ਇੱਥੇ ਪੇਪਰ ਉੱਥੇ ਅਪਲਾਈ ਕਰ ਦਿੰਦੇ ਹੁੰਦੇ, 10-10 ਸਾਲ ਬਾਅਦ ਜਾ ਕੇ ਨੰਬਰ ਆਉਂਦੇ ਆ। ਇਹ ਇੰਨਾ ਟਾਈਮ ਕਿਉਂ ਲੱਗਦਾ? ਅਕਸਰ ਸਾਡੇ ਦਿਮਾਗ 'ਚ ਇਹ ਸਵਾਲ ਆਉਂਦਾ ਹੈ ਕਿ ਇੰਨੇ ਸਾਲ ਲੱਗ ਜਾਂਦੇ ਨੇ, ਮਤਲਬ ਕਿ ਬੰਦੇ ਨੂੰ ਚੇਤਾ ਵੀ ਭੁੱਲ ਜਾਂਦਾ ਮੈਂ ਪੇਪਰ ਅਪਲਾਈ ਕੀਤੇ ਸੀ। ਕਿਉਂਕਿ ਦੇਖੋ ਜੀ, ਇਹਦੇ ਵਿੱਚ ਹੁੰਦੀ ਹੈ ਫੈਮਿਲੀ ਕਲਾਸ। ਪਹਿਲੀ ਗੱਲ ਤਾਂ ਇਹਦੇ ਵਿੱਚ ਤੁਹਾਡਾ ਇਹ ਨਹੀਂ ਹੈ ਕਿ ਹਾਂਜੀ ਆਹ ਰਿਕਮੈਂਡੇਸ਼ਨ ਤੁਹਾਨੂੰ ਆਈਲੈਟਸ ਕਰ ਲਓ, ਆਹ ਕਰ ਲਓ। ਤੁਸੀਂ ਜਿੱਦਾਂ ਦੇ ਹੈਗੇ ਆ ਤੁਹਾਨੂੰ ਇਨਵੀਟੇਸ਼ਨ ਆ ਜਾਣਾ, ਪੂਰਾ ਪਰਿਵਾਰ ਤੁਹਾਡਾ ਉੱਥੇ PR ਹੋ ਜਾਣਾ, ਗ੍ਰੀਨ ਕਾਰਡ ਹੋ ਜਾਣਾ ਜੀ। ਹੁਣ ਉਹਦੇ ਵਿੱਚ ਨਾ ਟਾਈਮ ਕਿਉਂ ਲੱਗਦਾ? ਕਿਉਂਕਿ ਇਹ ਐਪਲੀਕੇਸ਼ਨ ਇੱਕ ਇਨਸਾਨ ਦੀ ਨਹੀਂ ਆ, ਇਹ ਐਪਲੀਕੇਸ਼ਨ ਬਹੁਤ ਇਨਸਾਨ ਦੀ ਔਰ ਇਕੱਲੇ ਇੱਕ ਕੰਟਰੀ ਤੋਂ ਨਹੀਂ ਹੈ। ਇਹ ਇੰਡੀਆ ਤੋਂ ਵੀ ਹੈ, ਇਹ ਮੈਕਸੀਕੋ ਤੋਂ ਵੀ ਆ, ਇਹ ਯੂਰਪ ਤੋਂ ਵੀ ਆ, ਕਿੰਨੇ ਥਾਵਾਂ ਤੋਂ ਲੋਕਾਂ ਨੇ ਪਾਈਆਂ ਹੋਈਆਂ। ਚਾਈਨਾ ਵਾਲੇ ਵਿੱਚ ਇੰਕਲੂਡ ਹੈਗੇ ਆ, ਇੰਡੀਆ ਵਾਲੇ ਵਿੱਚ ਇੰਕਲੂਡ ਹੈਗੇ ਆ। ਸੋ ਜਿੰਨੀਆਂ ਫਾਈਲਸ ਆਈ ਜਾ ਰਹੀਆਂ ਔਰ ਉਨਾ ਉਹ ਡਿਲੇ ਹੋਈ ਜਾ ਰਹੀ ਹੈ, ਕਿਉਂਕਿ ਇੱਕ ਇੱਕ ਫਾਈਲ ਨੂੰ ਕਾਫੀ ਟਾਈਮ ਲੱਗਦਾ ਹੈ। ਵਾਈ? ਬਿਕੋਜ਼ ਫੈਮਿਲੀ ਮੈਂਬਰ ਕਿੰਨੇ, ਹੁਣ ਇੱਕ ਪਰਿਵਾਰ 'ਚ 4 ਜੀ ਆ, ਇੱਕ ਦੇ ਵਿੱਚ 10 ਜੀ ਆ, ਸੋ ਉਹਨਾਂ ਨੂੰ ਟਾਈਮ ਲੱਗਦਾ ਕੱਲੇ ਦੀ ਰਿਪੋਰਟ ਚੈੱਕ ਕਰਨੀ। ਔਰ ਦੇਖੋ ਜਦੋਂ 10 ਸਾਲ ਬਾਅਦ ਜਾ ਕੇ ਦੇਖਣਾ ਹੈ, ਹੁਣ ਜਦੋਂ ਅਪਲਾਈ ਕੀਤਾ ਸੀਗਾ ਉਸ ਟਾਈਮ ਪਤਾ ਨਹੀਂ 3 ਜੀ ਸੀਗੇ, ਜੋ 10 ਸਾਲ ਬਾਅਦ ਜਦੋਂ ਅਪਰੂਵਲ ਆਣੀ ਆ ਉਦੋਂ ਪਤਾ ਨਹੀਂ 4 ਤੇ 5 ਜੀ ਹੋ ਜਾਣੇ ਆ। ਸੋ ਇਸ ਕਰਕੇ ਉਹ ਕੱਲੀ ਚੀਜ਼ ਨੂੰ ਵੈਰੀਫਿਕੇਸ਼ਨ ਕਰਦੇ ਆ, ਫਿਰ ਜਾ ਕੇ ਕਿਤੇ ਅਪਰੂਵਲ ਮਿਲਦੀ ਜੀ। ਦੈਟਸ ਵਾਈ ਟਾਈਮ ਪੀਰੀਅਡ ਜ਼ਿਆਦਾ ਜੀ। ਤੇ ਅਮਰੀਕਾ 'ਚ ਕ੍ਰਿਸਮਸ ਤੇ ਨਿਊ ਈਅਰ ਤੇ ਕੋਈ ਟੂਰਿਸਟ ਵੀਜ਼ਾ ਦੇ ਰਾਹ ਖੁੱਲ ਰਹੇ ਆ? ਹਲੇ ਮੈਮ ਅਪਾਇੰਟਮੈਂਟ ਨਹੀਂ ਮਿਲ ਰਹੀ। USA ਦੇ ਵਿੱਚ ਤਾਂ ਤੁਸੀਂ ਅਪਾਇੰਟਮੈਂਟ ਹੀ ਨਹੀਂ ਮਿਲ ਰਹੀ, ਤੁਸੀਂ ਜਾਓਗੇ ਕਿੱਦਾਂ? ਔਰ ਅਗਰ ਤੁਸੀਂ ਕਹਿੰਦੇ ਮੇਰੇ ਕੋਲ ਵੀਜ਼ਾ ਹੈਗਾ, ਮੈਂ ਟਰੈਵਲ ਕਰਨਾ ਚਾਹੁੰਦੀ ਆ, ਤਾਂ ਉਹਨਾਂ ਨੇ ਉਸ ਚੀਜ਼ ਨੂੰ ਇਨਕਾਰ ਕੀਤਾ ਹੋਇਆ। ਉਹਨਾਂ ਸਿਰਫ ਅਸੈਂਸ਼ੀਅਲ ਸਰਵਿਸ ਵਾਸਤੇ ਓਪਨ ਕੀਤਾ ਕਿ ਜਿਹਨਾਂ ਨੂੰ ਬਹੁਤ ਜ਼ਰੂਰੀ ਕੰਮ ਹੈਗੇ ਆ, ਸਿਰਫ ਉਹੀ ਲੋਕੀ ਆਣ, ਟੂਰਿਜ਼ਮ ਪਰਪਸ ਲਈ ਨਾ ਆਓ। ਜਿਹੜਾ ਕੋਈ ਕੈਨੇਡਾ ਵੀਜ਼ਾ ਹੈਗਾ ਉਹ ਵੀ ਨਹੀਂ ਹਲੇ ਜਾ ਸਕਦੇ, ਸਿਰਫ ਅਸੈਂਸ਼ੀਅਲ ਸਰਵਿਸਿਜ਼ ਵਾਸਤੇ ਜਾ ਸਕਦੇ ਜੀ। ਸੋ ਈਵਨ ਜਿਹੜਾ ਕੋਈ UK ਵੀਜ਼ਾ ਹੈਗਾ ਆ, ਉਹ ਵੀ ਅਗਰ ਕਹਿਣ ਜੀ ਮੈਂ ਉੱਥੇ ਟੂਰਿਜ਼ਮ ਲਈ ਘੁੰਮਣ ਜਾਣਾ ਚਾਹੁੰਦਾ ਆ, ਉਹ ਵੀ ਨਹੀਂ। ਜਿਹੜਾ ਤੁਸੀਂ ਪਰਪਸ ਦਿੱਤਾ ਸੀਗਾ, ਜਿਸ ਪਰਪਸ ਤੇ ਤੁਹਾਨੂੰ ਵੀਜ਼ਾ ਮਿਲਿਆ ਸੀਗਾ, ਜੋ ਤੁਸੀਂ ਟਰੈਵਲਿੰਗ ਡੇਟਸ ਪਾਈਆਂ ਸੀਗੀਆਂ, ਉਹਨਾਂ ਡੇਟਸ ਤੇ ਹੀ ਤੁਸੀਂ ਜਾਓਗੇ, ਉਦੋਂ ਤੁਹਾਨੂੰ ਅਲਾਉਡ ਨਹੀਂ ਕਰੋਗੇ। ਰਣਜੀਤ ਸਿੰਘ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਪਰ ਮੈਂ ਜਾਂਦੇ ਤੁਹਾਡੇ ਤੋਂ ਇੱਕ ਮੈਸੇਜ ਜ਼ਰੂਰ ਲੈਣਾ ਚਾਹੂੰਗੀ। ਬਿਲਕੁਲ ਜੀ, ਮੈਂ ਸਾਰੇ ਸਰੋਤਿਆਂ ਨੂੰ ਕਹਿਣਾ ਚਾਹੂੰਗਾ ਕਿ ਮੇਰਾ ਆਪਣਾ ਇੱਕ ਵੀਜ਼ਾ ਹੱਬ ਚੈਨਲ ਚੱਲਦਾ ਹੈ YouTube ਤੇ। ਤੁਸੀਂ ਅਗਰ ਆਪ ਖੁਦ ਆਪਣੇ ਲੈਵਲ ਤੇ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ, ਤੁਸੀਂ ਉਸ ਚੈਨਲ ਤੇ ਜਾ ਕੇ ਖੁਦ ਸਟੱਡੀ ਕਰਕੇ ਆਪਣੀ ਫਾਈਲ ਖੁਦ ਅਪਲਾਈ ਕਰ ਸਕਦੇ। ਜਿਵੇਂ ਕਿ ਤੁਸੀਂ ਪੁੱਛਿਆ ਸੀਗਾ ਕਿ ਆਪਾਂ ਕਿਸੇ ਕੰਸਲਟੈਂਟ ਕੋਲ ਜਾਈਏ ਕਿ ਨਾ ਜਾਈਏ। ਸੋ ਅਗਰ ਉਹ ਚੈਨਲ ਤੇ ਤੁਸੀਂ ਜਾਓਗੇ ਤਾਂ ਤੁਸੀਂ ਇੰਗਲੈਂਡ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਸਾਰੇ ਕੰਟਰੀਜ਼ ਦੇ ਤੁਸੀਂ ਵੀਜ਼ਾ ਖੁਦ ਅਪਲਾਈ ਆਪਣੇ ਲੈਵਲ ਤੇ ਕਰ ਸਕਦੇ ਹੋ। ਔਰ ਜਦੋਂ ਵੀ ਕਰਨੇ ਦੋਸਤੋ, ਇੱਕ ਰਿਕੁਐਸਟ ਹੈ,
ਫੇਕ ਡਾਕੂਮੈਂਟ ਪਲੀਜ਼ ਕਰੀ ਨਾ ਲਾਓ, ਜੈਨੂਇਨ ਡਾਕੂਮੈਂਟਸ ਲਾਓ। ਜੀ ਬਿਲਕੁਲ, ਬਹੁਤ ਸਹੀ ਗੱਲ ਕੀਤੀ ਹੈ ਕਿ ਤੁਸੀਂ ਝੂਠ ਨਹੀਂ ਬੋਲਣਾ, ਸੱਚ ਬੋਲਣਾ ਹੈ। ਬੇਸ਼ੱਕ ਵੀਜ਼ਾ ਲੱਗਦਾ ਨਹੀਂ ਲੱਗਦਾ, ਕਿਉਂਕਿ ਝੂਠ ਬੋਲਦੇ ਹੋ ਜੇ ਪਕੜੇ ਜਾਂਦੇ ਹੋ ਫਿਰ ਕਾਫੀ ਟਾਈਮ ਦੇ ਲਈ ਬੈਨ ਹੋ ਜਾਂਦੇ ਹੋ। ਔਰ ਜਾਗਰੂਕਤਾ ਬਹੁਤ ਜ਼ਰੂਰੀ ਚੀਜ਼ ਹੈ। ਅਸੀਂ ਇੰਟਰਨੈਟ ਦੇ ਉੱਤੇ ਹੋਰ ਬਹੁਤ ਕੰਮ ਕਰਦੇ ਹਾਂ, ਬਿਲਕੁਲ ਜੀ। ਬੜਾ ਕੁਝ ਕਰਨਾ ਜਾਣਦੇ ਹਾਂ। ਅਜਿਹੀਆਂ ਕੰਮ ਦੀਆਂ ਚੀਜ਼ਾਂ ਨੂੰ ਇੰਟਰਨੈਟ ਦੇ ਉੱਤੇ ਕਰੀਏ ਤਾਂ ਜੋ ਅਸੀਂ ਫੇਕ ਜਿਹੜੇ ਕੰਸਲਟੈਂਟ ਨੇ ਉਹਨਾਂ ਤੋਂ ਅਸੀਂ ਬਚ ਕੇ ਆਪਣੇ ਲਾਈਫ ਦੇ ਵਿੱਚ ਜਿਹੜੇ ਸਾਡੇ ਗੋਲਸ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਕੁਝ ਕਮਾਉਣ ਦੇ, ਕੁਝ ਮਤਲਬ ਪਾਉਣ ਦੇ, ਉਹ ਜ਼ਰੂਰ ਪੂਰੇ ਕਰੀਏ। ਫਿਲਹਾਲ ਹੁਣ ਪ੍ਰੋਗਰਾਮ ਜਿਹੜਾ ਪੰਜਾਬ ਅਬਰੋਡ ਉਹ ਮੈਂ ਇੱਥੇ ਖਤਮ ਕਰ ਰਹੀ ਹਾਂ ਕਿਉਂਕਿ ਜਿਹੜਾ ਟਾਈਮ ਹੈ ਇਜਾਜ਼ਤ ਨਹੀਂ ਦੇ ਰਿਹਾ। ਰਣਜੀਤ ਸਿੰਘ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV ਚੈਨਲ।